ਜੀ ਜਦੋਂ ਬੱਕਰੀਆਂ ਰੱਖੀਆਂ ਸਨ ਮੈਨੂੰ ਪਤਾ ਨਹੀਂ ਸੀ। ਜੀ ਸਹੀ ਹੈ ਜਦੋਂ ਤੁਸੀਂ ਮੋਬਾਈਲ ਐਕਸੈਸਰੀ ਦਾ ਕੰਮ ਕੀਤਾ ਤੁਹਾਨੂੰ ਤਾਂ ਪਤਾ ਨਹੀਂ ਸੀ। ਨਹੀਂ। ਇਹ ਤਾਂ ਨਸਾਰ ਭਾਈ ਕਰਨਗੇ ਜੀ, ਤੇ ਜੀ। ਮੈਂ 6 ਮਹੀਨੇ ਬਾਅਦ ਜਾਂ ਸਾਲੇ ਬਾਅਦ ਜਾਵਾਂਗਾ ਜਾ ਕੇ ਮੁਨਾਫਾ ਗਿਣਾਗਾ, ਕੋਈ ਐਸਾ ਚੱਕਰ। ਜੀ ਬਿਲਕੁਲ ਠੀਕ। ਇਹ ਮੁਲਾਜ਼ਮ ਤੁਹਾਡੇ ਨਾਲ ਲਾਇਲ ਹੋ ਸਕਦਾ ਹੈ, ਇਮਾਨਦਾਰ ਹੋ ਸਕਦਾ ਹੈ, ਉਹਦੀ ਸਾਰੀਆਂ ਖੂਬੀਆਂ ਹੋ ਜੀ। ਸਕਦੀਆਂ, ਮਗਰ ਉਹਦੀ ਤੇ ਤੁਹਾਡੀ ਨਜ਼ਰ ਵਿੱਚ ਫਰਕ ਰਹੇਗਾ ਰਾਈਟ। ਕਿ ਮੈਂ ਇਕੱਠਾ ਹੀ ਇਹ ਸਾਰਾ ਐਕਸਪੀਰੀਅੰਸ 6 ਮਹੀਨੇ ਸਾਲ ਦੇ ਵਿੱਚ ਕਰ ਲਵਾਂ। ਜੀ ਜੀ ਫਿਰ ਉਹਦਾ ਉਸ ਤਰ੍ਹਾਂ ਵੇਖੋ ਤੁਸੀਂ 5 ਪੱਠਾ ਲੈ ਲਓ, ਜੀ ਠੀਕ। 5 ਗੱਬੜ ਬੱਕਰੀਆਂ ਲੈ ਦੱਸੋ ਕਿ ਅਸੀਂ ਅਗਰ ਟੈਡੀ ਜਾਂ ਮੈਨੂੰ ਇਸ ਸੇਲ 'ਚ ਮੱਖੀ ਚੀਨੀ ਜਾਂ ਦੋਗਲੀ ਔਰ ਟੈਡੀ 'ਚ ਕੋਈ ਡਿਫਰੈਂਸ ਹੈ ਅਗਰ ਤੁਸੀਂ ਕਹੋ ਨਾ ਅਸੀਂ ਠੀਕ ਹੈ। ਤੁਸੀਂ ਕਿਸੇ ਵੀ ਕੰਮ ਦੇ ਵਿੱਚ ਜਾਂਦੇ ਹੋ, ਜੀ। ਮਾਰਕੀਟ ਨੂੰ ਕੰਪੀਟ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਤੁਸੀਂ ਕੰਮ ਕਰ ਰਹੇ ਹੋ ਅੱਗੇ ਆਪਦਾ ਅਸੈਸਰੀ ਦਾ, ਜੀ ਜੀ ਅਗਰ ਤੁਹਾਡੀ ਵੀ ਅਸੈਸਰੀ ਸੇਮ ਜੀ। ਹੈ, ਭਾਈ ਇਹਨਾਂ ਦੀ ਵੀ ਸੇਮ ਹੈ, ਜੀ ਤੇ ਜੀ ਤੁਹਾਡਾ ਰੇਟ 10 ਰੁਪਏ ਵੱਧ ਕੋ ਲਏਗਾ, ਬਿਲਕੁਲ ਨਹੀਂ ਦੇਗਾ ਤੁਹਾਡੀ 72,000 ਰੁਪਏ ਬੱਕਰੀ। ਜੀ ਬਿਲਕੁਲ। ਹੁਣ ਦੇਖਣਾ ਇਹ ਵੇ ਅਗਰ 72,000 ਖਾਂਦੀ ਤੇ ਬੱਕਰੀ ਦੀ ਪ੍ਰੋਡਕਸ਼ਨ ਕੀ ਹੈ। ਹਾਂ ਉਹ ਸਾਲ ਬਾਅਦ ਕੀ ਸਾਨੂੰ ਦਿੰਦੀ ਬਿਲਕੁਲ। ਇਹ ਅਸਲ ਇਹ ਜਿਹੜਾ ਪਸ਼ੀਦਾ ਸਵਾਲ ਹੈ ਨਾ ਜੀ, ਹਾਂਜੀ। ਇਹ ਤੁਸੀਂ ਹੁਣ ਸਾਨੂੰ ਜਵਾਬ ਦੇਣਾ ਹੈ। ਹਾਂਜੀ ਇਹਦਾ YouTube ਦੀ ਫਾਰਮਿੰਗ ਹੋ ਰਹੀ ਤੇ ਪ੍ਰੈਕਟੀਕਲੀ ਫਾਰਮਿੰਗ ਜਿਹੜੀ ਉਹ ਪ੍ਰੈਕਟੀਕਲ ਡਿਫਰੈਂਸ ਹੈ ਬਿਲਕੁਲ ਇਹਦੇ। ਤੁਸੀਂ ਪ੍ਰੈਕਟੀਕਲ ਤੇ ਰਹੋਗੇ ਜੀ, ਤੇ ਜੀ। ਤੁਹਾਨੂੰ ਰੋਜ਼ੀ ਦੇਗਾ। ਅਸਲਾਮ ਅਲੈਕਮ। ਅੱਜ ਨਾ ਸਾਡੇ ਕੋਲ ਭਾਈ ਆਏ ਨੇ ਉਕਾੜੇ ਤੋਂ, ਇਹ ਸ਼ਫੀਕ ਭਾਈ ਇਹਨਾਂ ਦਾ ਨਾਮ ਹੈ। ਮਜ਼ੀਦ ਤਫਸੀਲ ਨਾਲ ਤਾਰਫ ਆਪਣਾ ਸ਼ਫੀਕ ਭਾਈ ਆਪ ਦੱਸਦੇ ਨੇ, ਤੇ ਅਗਲੀ ਫਿਰ ਜਿਹੜੀ ਗੱਲਬਾਤ ਕੋਈ ਬੱਕਰੀ ਫਾਰਮ ਮਤਲਬ ਸ਼ਫੀਕ ਭਾਈ ਦੀ ਹੈ। ਚਲੋ ਮੈਂ ਕਿਹਾ ਵੀਡੀਓ ਬਣਾ ਲੈਂਦੇ ਹਾਂ, ਚਲੋ ਕਿਸੇ ਹੋਰ ਦੋਸਤ ਦੇ ਕੰਮ ਹੀ ਆ ਜਾਏ। ਜੀ ਬਿਲਕੁਲ ਜੀ, ਜੀ ਜੀ। ਜੀ ਮੇਰਾ ਨਾਮ ਜੀ ਮੁਹੰਮਦ ਸ਼ਫੀਕ ਹੈ ਜੀ। ਜੀ, ਉਕਾੜਾ ਸਿਟੀ ਤੋਂ ਮੈਂ ਆਇਆ ਜੀ। ਠੀਕ ਹੈ ਬਾਕੀ ਨਿਸਾਰ ਭਾਈ ਨਾਲ WhatsApp ਤੇ YouTube ਤੇ ਰਾਬਤਾ ਤੇ ਹੈ ਸੀ, ਜੀ। ਲੇਕਿਨ ਅੱਜ ਮਾਸ਼ਾਅੱਲਾ ਆਮਨੇ ਸਾਹਮਣੇ ਬੈਠੇ ਆ। ਜੀ। ਅਸੀਂ ਇਹ ਮੇਰੇ ਦੋਸਤ ਨੇ ਜੀ ਆਲਰੇਡੀ ਇਹ ਕੰਮ ਕਰ ਰਹੇ ਨੇ ਬੱਕਰੀਆਂ ਦਾ, ਅੱਛਾ ਲੇਕਿਨ ਛੋਟੀ ਸਤ੍ਹਾ ਦੇ ਕੰਮ ਕਰ ਰਹੇ ਨੇ। ਮੈਂ ਘਰ ਦੇ ਵਿੱਚ ਇਹਨਾਂ ਨੇ ਕੋਈ 10 ਕੁ ਜਾਨਵਰ ਰੱਖੇ ਨੇ। ਕਾਰ ਜੀ ਹਾਂਜੀ। ਮਾਸ਼ਾਅੱਲਾ। ਮੇਰੇ ਕੋਲ ਭਾਈਆਂ ਦਾ ਕੀ ਤਾਰਫ ਹੈ? ਭਾਈ ਉਹਨਾਂ ਦਾ ਜੀ ਬਿਲਡਿੰਗ ਮਟੀਰੀਅਲ ਸਟੋਰ ਹੈ, ਮੇਰੇ ਕਜ਼ਨ ਨੇ। ਅੱਛਾ ਮਾਸ਼ਾਅੱਲਾ। ਅੱਛਾ ਜੀ, ਮੈਂ ਮਸਲੇ ਕਿ ਚਾਹੁੰਦਾ ਸੀ ਕਿ ਮੈਂ ਇਨਵੈਸਟਮੈਂਟ ਕਰਾਂ। ਮੇਰੇ ਕੋਲ ਜਗ੍ਹਾ ਆਲਰੇਡੀ ਹੈ, ਹਵੇਲੀ ਟੈਪ ਮੇਰੇ ਕੋਲ ਜਗ੍ਹਾ ਹੈਗੀ ਜਿੱਥੇ ਜਾਨਵਰ ਬੜੇ ਅੱਛੇ ਤਰੀਕੇ ਨਾਲ ਅਸੀਂ ਰੱਖ ਸਕਦੇ ਹਾਂ। ਆਪਣੀ ਰਿਹਾਇਸ਼ ਕਾੜੇ ਸ਼ਹਿਰ ਦੀ? ਕਾਰਡੇ ਸਿਟੀ ਦੀ ਮੇਰੀ ਰਹਾਇਸ਼ ਹੈ। ਠੀਕ ਹੈ। ਔਰ ਮੈਂ ਲੇਕਿਨ ਤਕਰੀਬਨ ਕੋਈ 5-6 ਮਹੀਨੇ ਤੋਂ ਨਿਸਾਰ ਭਾਈ ਮੈਂ ਇਨਵੈਸਟਮੈਂਟ ਕਰਨ ਦੇ ਚੱਕਰ ਸੀ, ਲੇਕਿਨ ਮੈਂ ਜਲਦਬਾਜ਼ੀ ਨਹੀਂ ਕੀਤੀ। ਠੀਕ ਹੈ। ਮਸਲ ਕਿ ਮੈਨੂੰ YouTube ਤੇ ਦਾਏ ਬਾਏ ਬਹੁਤ ਦੋਸਤਾਂ ਨੇ ਕਿਹਾ ਕਰ ਲਾ। ਮੈਂ ਥੋੜਾ ਜਿਹਾ ਤੁਹਾਡੇ ਵਰਗੇ ਦੋਸਤ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਔਰ ਅੱਛਾ ਮਸ਼ਵਰਾ ਦਿੰਦੇ ਨੇ। ਅੱਛਾ ਮਸ਼ਵਰਾ ਇਦਾਂ ਕਿ ਮੈਂ YouTube ਤੇ ਤੁਹਾਡੀਆਂ ਜੋ ਵੀ ਗੁਫ਼ਤਗੂ ਸੁਣੀ ਨਾ ਜੀ, ਮੈਂ ਵੀ ਆਖਰ ਦੁਨੀਆ 'ਚ ਆਪਣੇ ਕਾਰੋਬਾਰ ਦੇ ਹਵਾਲੇ ਨਾਲ, ਦੁਕਾਨਦਾਰਾਂ ਦੇ ਹਵਾਲੇ ਨਾਲ, ਉਸ ਹਵਾਲੇ ਨਾਲ ਤੁਹਾਡੀ ਗੁਫ਼ਤਗੂ ਮੈਂ ਬੜੀ ਨਾ ਇੱਕ ਸਮਝਦਾਰ ਜਿਹੜੀ ਇਸ ਕੰਮ ਨੂੰ ਸਮਝਦੇ ਆ, ਜੀ ਜੀ। ਉਸ ਪੁਆਇੰਟ ਨਾਲ ਮੈਂ ਤੁਹਾਡੇ ਕੋਲ ਕਾੜੇ ਤੋਂ ਆਇਆ ਜੀ। ਤੇ ਮੈਂ ਇਹ ਮਸ਼ਵਰਾ ਕਰਨਾ ਚਾਹੁੰਦਾ, ਅਗਰ ਮੈਂ ਕੋਈ 15-20 ਲੱਖ 40 ਲੱਖ 50 ਲੱਖ ਇਨਵੈਸਟ ਕਰਨਾ ਚਾਹੁੰਦਾ ਇਸ ਕੰਮ ਤੇ, ਜੀ ਜੀ। ਕਿਆ ਅਸੀਂ ਕਰ ਲਈਏ? ਅਸੀਂ ਸ਼ਹਿਰ 'ਚ ਰਹਿ ਕੇ ਇਸ ਕੰਮ ਨੂੰ ਫਿਜ਼ੀਬਲ ਬਣਾ ਸਕਨੇ ਆ, ਪ੍ਰੋਫਿਟ ਨਫਾ ਬਖਸ਼ ਬਣਾ ਸਕਨੇ ਆ ਜਾਂ ਨਹੀਂ ਬਣਾ ਸਕਦੇ? ਇਹ ਤੁਹਾਡੀ ਰਾਏ ਲੈਣਾ ਚਾਹੁੰਦੇ ਆ। ਜਾਂ ਫਿਰ ਸਾਨੂੰ ਕਿੰਨੇ ਤੋਂ ਸਟਾਰਟ ਕਰਨਾ ਚਾਹੀਦਾ, ਕਿੱਦਾਂ ਦੇ ਜਾਨਵਰ ਰੱਖਣੇ ਚਾਹੀਦੇ? ਕਿਉਂਕਿ ਸ਼ਹਿਰ 'ਚ ਚਾਰਾ ਤੇ ਅਸੀਂ ਸਾਰਾ ਮੁੱਲ ਦਾ ਲੈਣਾ, ਜੀ ਜੀ। ਸਬਜ਼ਾ ਲਈਏ ਜਾਂ ਖੁਸ਼ਕ ਚਾਰਾ ਲਈਏ, ਸਾਰਾ ਮੁੱਲ ਦਾ। ਸਿਰਫ ਸਾਡੇ ਕੋਲ ਜਗ੍ਹਾ ਵਾ, ਬਰਾਂਡੇ ਆ, ਸੈਨ, ਹਰ ਚੀਜ਼ ਆਪਣੀ ਜਾਤੀ ਹੈ। ਠੀਕ ਹੈ। ਇਹ ਤੁਹਾਡੇ ਕੋਲ ਮਸ਼ਵਰਾ ਸੀ, ਜਾਨਵਰ ਕਿਹੜੇ ਹੋਣੇ ਚਾਹੀਦੇ ਆ? ਸਭ ਤੋਂ ਪਹਿਲਾ ਸਵਾਲ ਸਾਡਾ ਹੈ ਕਿ ਇਹ ਸਾਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਸ਼ਹਿਰ 'ਚ ਰਹਿ ਕੇ? ਸਭ ਤੋਂ ਮੇਨ ਪੁਆਇੰਟ ਤੇ ਹੈ ਨਾ ਜੀ ਜੀ। ਫਿਰ ਉਸ ਤੋਂ ਬਾਅਦ ਆ ਜਾਂਦਾ ਵਾ ਅਗਰ ਕਰਨਾ ਚਾਹੀਦਾ ਤੇ ਸਾਨੂੰ ਕਿੰਨੇ ਕੁ ਜਾਨਵਰਾਂ ਨਾਲ ਕਰਨਾ ਚਾਹੀਦਾ? ਇਹ ਤੁਸੀਂ ਸਾਨੂੰ ਦੱਸੋ ਇਹਨਾਂ ਪਹਿਲਾਂ। ਇਹ ਸ਼ਵੀਕ ਭਾਈ ਨਾ ਜਿਹੜਾ ਤੁਸੀਂ ਸਵਾਲ ਕਰਦੇ ਹੋ, ਇਹ ਬੇਸਿਕ ਔਰ ਪਹਿਲਾ ਸਵਾਲ ਇਹਨੂੰ ਕਹਿ ਸਕਦੇ ਬੱਕਰੀ ਫਾਰਮਿੰਗ ਦੀ ਅਲਫ ਹੈ। ਅਲਫ ਹੈ ਬਿਲਕੁਲ। ਬਈ ਸਾਨੂੰ ਇਹ ਕੰਮ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਜਾਂ ਨਹੀਂ ਕਰਨਾ, ਬਿਲਕੁਲ। ਉਹਦੇ ਵਾਸਤੇ ਪਹਿਲਾ ਸਵਾਲ ਹੈ ਹਾਂਜੀ। ਬਈ ਤੁਹਾਡਾ ਆਪਣਾ ਜ਼ਾਤੀ ਜਾਂ ਤੁਹਾਡੇ ਖਾਨਦਾਨ ਦੇ ਵਿੱਚੋਂ ਕਿਸੇ ਬੰਦੇ ਦਾ ਬੱਕਰੀ ਫਾਰਮਿੰਗ ਕੋਈ ਤਜਰਬਾ ਹੈ? ਜੀ ਬਿਲਕੁਲ ਨਹੀਂ, ਕੋਈ ਸਾਡਾ ਤਜਰਬਾ ਨਹੀਂ। ਮੇਰੇ ਕਜ਼ਨ ਵੈਸੇ ਉਹਨਾਂ ਦੇ ਡੇਅਰੀ ਫਾਰਮ ਹੈ ਨੇ ਬਹੁਤ ਜ਼ਿਆਦਾ, ਲੇਕਿਨ ਉਹ ਵੱਡੇ ਜਾਨਵਰ ਉਹਨਾਂ ਦੇ। ਤੁਸੀਂ ਬੇਸਿਕਲੀ ਸ਼ਹਿਰ ਨਾਲ ਬਿਲੋਂਗ ਕਰਦੇ? ਹਾਂ, ਮੈਂ ਸ਼ਹਿਰ ਨਾਲ ਬਿਲੋਂਗ ਕਰਦਾ। ਠੀਕ ਹੋ ਗਿਆ। ਅੱਛਾ, ਔਰ ਅਗਰ ਤੁਹਾਨੂੰ ਕਿਹਾ ਜਾਏ ਬਈ ਤੁਸੀਂ ਜਿਹੜਾ ਫਾਰਮ ਹੈ ਜੀ ਜੀ ਸ਼ਹਿਰ ਤੋਂ ਥੋੜਾ ਜਿਹਾ ਹਟ ਕੇ ਬਣਾ ਲਓ, ਠੀਕ ਹੈ, ਉੱਥੇ ਜਗ੍ਹਾ ਜਾਂ ਜ਼ਮੀਨ ਤੁਹਾਨੂੰ ਕੋਈ ਅਵੇਲੇਬਲ ਹੋ ਸਕਦੀ ਹੈ ਆਪਣੀ ਜ਼ਾਤੀ ਜਾਂ ਠੇਕੇ ਤੇ? ਜੀ ਬਿਲਕੁਲ ਹੋ ਸਕਦੀ ਜੀ, ਬਿਲਕੁਲ ਹੋ ਸਕਦੀ ਆ। ਮੈਂ ਰੈਂਟ ਤੇ ਵੀ ਮਿਲ ਸਕਦੀ ਆ, ਅਸੀਂ ਪਰਚੇਜ਼ ਵੀ ਕਰ ਸਕਨੇ ਆ ਅਗਰ ਅਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਚਲਾਉਨੇ ਆ। ਮੈਂ ਜਿਸ ਦਾ ਤੁਸੀਂ ਰਾਏ ਅੱਗੇ ਦਿਓਗੇ ਜਾਂ ਜਿਸ ਤਰ੍ਹਾਂ ਮਸਲੇ ਕਿ ਮੈਨੂੰ ਸਮਝ ਆਏਗੀ, ਬਿਲਕੁਲ ਸ਼ਹਿਰ ਤੋਂ ਹਟ ਕੇ ਵੀ ਜਗ੍ਹਾ ਲੈ ਸਕਨੇ ਆ। ਠੀਕ ਹੋ ਗਿਆ ਜੀ। ਅੱਛਾ, ਸ਼ਹਿਰ ਦੇ ਵਿੱਚ ਜਿਹੜਾ ਤੁਹਾਡਾ ਮਾਈਂਡ ਸੈਟ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਜਗ੍ਹਾ ਇੰਨੀ ਕੁ ਮੌਜੂਦ ਹੈ, ਹਾਂਜੀ। ਉਹ ਕਿੰਨੀ ਜਗ੍ਹਾ ਹੈ? ਉਹ 2 ਕਨਾਲ ਮੇਰੇ ਕੋਲ ਜਗ੍ਹਾ ਖਾਲੀ ਪਈ ਹੈ? ਖਾਲੀ ਪਈ ਹੈ, 4 ਦੀਵਾਰੀ ਹੋਈ, ਕਮਰੇ ਬਣੇ ਆ, ਵਾਸ਼ਰੂਮ ਬਣੇ ਆ, ਮਤਲਬ ਇੱਕ ਫਾਰਮ ਹਾਊਸ ਮੁਕੰਮਲ ਬਣਿਆ ਵਾ।
ਨਹੀਂ ਕਮਰੇ ਰਿਹਾਇਸ਼ ਟਾਈਪ ਦੇ ਬਣੇ ਨੇ ਜਾਂ ਬੱਕਰੀਆਂ? ਨਹੀਂ ਬੱਕਰੀਆਂ ਵਾਸਤੇ ਸਮਝ ਲਓ ਕਿ ਜਾਨਵਰਾਂ ਵਾਸਤੇ ਬਣੇ ਬ੍ਰਾਹਮਣ ਬਰਾਂਡਾ ਟਾਈਪ ਬਣਿਆ, ਹਲੇ ਮੈਂ ਕੋਈ ਚੀਜ਼ ਨਹੀਂ ਉੱਥੇ ਰੱਖੀ ਹੋਈ। ਅੱਛਾ ਵੈਸੇ ਬਣਿਆ ਹੋਇਆ। ਲਾਉਣ ਬਣਾਇਆ ਹੈ, ਇੱਕ ਫਾਰਮ ਹਾਊਸ ਬੈਂਡ ਉੱਠਣ ਵਾਸਤੇ ਆਪਣੀ ਜਗ੍ਹਾ ਬਣਾਈ ਹੋਈ ਹੈ ਜੀ ਜੀ। ਤੇ ਅਸੀਂ ਉਹਨੂੰ ਇਸਤੇਮਾਲ 'ਚ ਲਿਆਉਣਾ ਚਾਹ ਰਹੇ। ਮੇਰੇ ਕੋਈ ਦੋਸਤ ਯਾਰ ਸਾਨੂੰ ਰੈਂਟ ਤੇ ਦੇ ਦੇ, ਅਸੀਂ ਇੱਥੇ ਮੁਰਗੀਆਂ ਰੱਖ ਲਈਏ। ਉਹ ਫਿਰ ਉਹਨਾਂ ਦੀ ਗੱਲ ਤੋਂ ਮੈਂ ਆਪਣੀ ਸੋਚ ਲੈਂਦੀ, ਮੈਂ ਕਿਹਾ ਯਾਰ ਇਹ ਰੈਂਟ ਤੇ ਲਿਆ ਕੇ ਇਹਨਾਂ ਨੇ ਕੰਮ ਕਰਨਾ ਹੈ, ਮੇਰੇ ਕੋਲ ਤੇ ਬਗੈਰ ਆਪਣੀ ਜਗ੍ਹਾ ਹੈ, ਅਸੀਂ ਕਿਉਂ ਨਾ ਕੋਈ ਆਪਣਾ ਇੱਥੇ ਇਨਵੈਸਟਮੈਂਟ ਕਰ ਲਈਏ। ਬਿਲਕੁਲ ਬਿਲਕੁਲ। ਤੇ ਉਸ ਸਿਲਸਿਲੇ ਨੂੰ ਮੈਂ ਲੈ ਕੇ ਤੁਹਾਡੇ ਤੱਕ ਪਹੁੰਚਿਆ ਜੀ। ਤੇ ਅਸੀਂ ਇਹ ਸਾਨੂੰ ਅੱਗੇ ਦੱਸੋ, ਮਸ਼ਵਰਾ ਦਿਵੋ। ਅੱਛਾ ਤੁਸੀਂ ਬੁਨਿਆਦੀ ਤੌਰ ਤੇ ਇਨਵੈਸਟਮੈਂਟ ਕਰਨੀ ਕਿੰਨਾ ਚਾਹੁੰਦੇ ਹੋ? ਸਰ ਇਹ ਮੈਂ ਇਨਵੈਸਟਮੈਂਟ ਤੇ ਦੇਖੋ ਜੀ, ਮੈਂ ਇਹਦੇ 'ਚ ਕਰੋੜ ਦੀ ਵੀ ਕਰ ਸਕਦਾ, ਲੇਕਿਨ ਮੈਂ ਨਹੀਂ ਕੋਈ ਸਟੈਪ ਲੈਣਾ ਚਾਹੁੰਦਾ ਜਿੰਨੀ ਦੇਰ ਤੱਕ ਮੈਨੂੰ ਕੋਈ ਐਕਸਪੀਰੀਅੰਸ ਵਾਲੇ ਬੰਦੇ ਮਸ਼ਵਰਾ ਨਾ ਦੇਣ। ਜੀ ਜੀ ਮੈਨੂੰ ਆ ਗਈ ਸਮਝ ਤੁਹਾਡੀ। ਜੀ ਜੀ। ਅੱਛਾ ਤੁਸੀਂ ਇਨਵੈਸਟਮੈਂਟ ਤਾਂ ਕਰ ਸਕਦੇ ਹੋ 50 ਲੱਖ ਜਾਂ ਕਰੋੜ? ਜੀ ਬਿਲਕੁਲ। ਕਰ ਹਾਂਜੀ ਸਕਦੇ। ਹਾਂਜੀ। ਅੱਛਾ ਜਿਹੜਾ ਉਹ ਕਰੋੜ ਰੁਪਏ ਹੈ ਹਾਂਜੀ ਹਾਂਜੀ। ਉਹ ਤੁਸੀਂ ਦੂਸਰਾ ਆਪਣਾ ਕਾਰੋਬਾਰ ਠੱਪ ਕਰ ਕਰੋਗੇ ਜਾਂ ਤੁਹਾਡੇ ਕੋਲ ਐਕਸਟਰਾ ਮੌਜੂਦ? ਨਹੀਂ ਸਰ, ਉਸ ਕਾਰੋਬਾਰ ਦਾ ਤੇ ਇਹਦਾ ਲੈਣਾ ਦੇਣਾ ਹੀ ਕੋਈ ਨਹੀਂ ਹੈਗਾ। ਇਹ ਉਹ ਬਿਲਕੁਲ ਇੱਕੋ ਮੇਰਾ ਕਾਰੋਬਾਰ ਲੈਦਾ ਹੈ। ਇਸ ਕਾਰੋਬਾਰ ਦੀ ਮੈਂ ਸੁਪਰਵਿਜ਼ਨ ਕਰ ਸਕਣਾ ਬੰਦੇ ਰੱਖ ਕੇ। ਕਿ ਮੈਂ ਬੰਦੇ ਇੱਕ ਜਾਂ ਦੋ ਜਾਂ ਤਿੰਨ ਬੰਦੇ ਰੱਖ ਕੇ ਇਸ ਕਾਰੋਬਾਰ ਨੂੰ ਕਿੰਨੇ ਕੁ ਜਾਨਵਰਾਂ ਨਾਲ ਮਤਲਬ ਕਿ ਮੈਂ ਕਰ ਸਕਣਾ। ਇਹ ਜੋ ਤੁਹਾਡੀ ਮੈਨੂੰ ਹੁਣ ਕਿਉਂਕਿ ਅੱਗੇ ਮੇਰੀ ਆਪਣੀ ਤਫਸੀਲ ਨਾਲ ਗੱਲ ਨਹੀਂ ਹੋਈ, ਅੱਜ ਹੀ ਹੋਈ ਔਰ ਉਹ ਵੀਡੀਓ ਵੀ ਚੱਲਦੀ ਹੈ। ਜੀ ਬਿਲਕੁਲ ਇਦਾਂ ਹੀ। ਤੁਹਾਡੀ ਜਿਹੜੀ ਆਸਾਨ ਤੇ ਸਾਦੀ ਫਿਜ਼ੀਬਿਲਟੀ ਬਣਦੀ ਹੈ। ਜੀ ਜੀ। ਤੁਹਾਨੂੰ ਇਨਵੈਸਟਮੈਂਟ ਦਾ ਮਸਲਾ ਨਹੀਂ ਹੈ। ਨਹੀਂ ਇਨਵੈਸਟਮੈਂਟ ਦਾ ਮਸਲਾ ਪਹਿਲੀ ਗੱਲ। ਜੀ। ਦੂਸਰੀ ਗੱਲ ਤੁਹਾਨੂੰ ਜਗ੍ਹਾ ਦਾ ਮਸਲਾ। ਜਗ੍ਹਾ ਦਾ ਮਸਲਾ ਨਹੀਂ ਬਿਲਕੁਲ। ਇਹ ਮੇਨ ਦੋ ਹੀ ਜੀ ਰਾਈਟ। ਹਾਂਜੀ। ਅੱਛਾ ਤੀਸਰਾ ਹੁੰਦਾ ਕਿ ਬੰਦਾ ਬੁਜ਼ਦਿਲ ਹੁੰਦਾ। ਜੀ ਇਦਾਂ ਹੀ। ਉਹ ਕੋਈ ਕੰਮ 'ਚ ਹੱਥ ਨਹੀਂ ਪਾਉਂਦਾ। ਅਬ ਮੇਰੇ ਵੇਖਾਂ ਬੁਜ਼ਦਿਲ ਬੰਦਾ ਤੁਹਾਡੇ ਤੱਕ ਨਹੀਂ ਪਹੁੰਚ ਸਕਦਾ। ਨਹੀਂ ਪਹੁੰਚ ਸਕਦਾ, ਮੈਂ ਉਹੀ ਕਰਦਾ ਹਾਂ। ਜਿਸ ਤਰ੍ਹਾਂ ਤੁਸੀਂ ਪਿਛਲੇ 3 ਹਫ਼ਤੇ ਤੋਂ ਮੁਸਲਸਲ ਰਾਬਤਾ ਕਰਕੇ ਤੁਸੀਂ ਆਪਣਾ ਪੈਟਰੋਲ ਵੀ ਸਾੜਿਆ, ਸਾਰੇ ਮਾਮਲਾਤ ਕੀਤੇ ਨੇ, ਹਰ ਚੀਜ਼। ਹਾਂਜੀ। ਤੁਹਾਡਾ ਜ਼ਿਹਨ, ਤੁਹਾਡਾ ਪ੍ਰੋਗਰਾਮ ਹੀ ਜੀ ਰਾਈਟ ਬਿਲਕੁਲ ਹੈ। ਇਹਦਾ ਮਤਲਬ ਕਿ ਤੁਹਾਡਾ ਅੱਧਾ ਕੰਮ ਜਿਹੜਾ ਉਹ ਹੋਇਆ ਪਿਆ। ਜੀ ਇਦਾਂ ਹੀ। ਹੁਣ 2-3 ਚੀਜ਼ਾਂ ਤੋਂ ਬੇਸਿਕ ਉਹਦਾ ਖਿਆਲ ਰੱਖਣਾ ਜੀ। ਤੇ ਤੁਸੀਂ ਬੱਕਰੀ ਫਾਰਮਿੰਗ ਕਰ ਸਕਦੇ। ਜੀ ਠੀਕ। ਅੱਛਾ ਪਹਿਲੀ ਔਰ ਬੁਨਿਆਦੀ ਚੀਜ਼ ਦੇ ਚ ਰੱਖਣੀ ਹੈ ਵੀ ਤੁਸੀਂ ਇਹਨੂੰ ਬਿਲਕੁਲ ਕਿਸੇ ਬੰਦੇ ਤੇ ਡਿਪੈਂਡੈਂਟ ਨਹੀਂ ਕਰਨਾ। ਜੀ ਠੀਕ ਹੈ। ਪੱਕਾ ਪੱਕਾ ਬਿਲਕੁਲ ਠੀਕ। ਬਈ ਤੁਸੀਂ ਫਾਰ ਐਗਜ਼ਾਮਪਲ ਮੇਰੇ ਦੀ ਮੈਂ ਲੈਤਾ ਵੀ ਨਸਾਰ ਭਾਈ ਕਰਨਗੇ ਤੇ ਮੈਂ 6 ਮਹੀਨੇ ਬਾਅਦ ਜਾਂ ਸਾਲੇ ਬਾਅਦ ਜਾਵਾਂਗਾ ਜਾ ਕੇ ਮੁਨਾਫਾ ਗਿਣਾਗਾ, ਕੋਈ ਐਸਾ ਚੱਕਰ। ਜੀ ਬਿਲਕੁਲ ਠੀਕ। ਇਹ ਜਾਨਵਰ ਹੈ, ਬਿਲਕੁਲ ਠੀਕ। ਜ਼ਿੰਦਾ ਹੈ, ਇਹ ਇਹਦੇ ਨਾਲ ਵਾਧਾ ਘਾਟਾ ਹੋ ਸਕਦਾ ਹੈ। ਜੀ ਬਿਲਕੁਲ। ਜਦੋਂ ਕਿਸੇ ਨਵੇਂ ਬੰਦੇ ਮਾੜੇ ਬੰਦੇ ਕੋਲ ਹੋਣਾ ਤੁਸੀਂ ਕਹਿਣਾ ਯਾਰ ਇਹ ਕੀ ਕੀਤੇ। ਬਿਲਕੁਲ ਸਹੀ ਬਾਤ। ਬਾਅਦ ਚ ਤੱਲਾ ਖਰਾਬ ਕਰਨ ਵਾਲੀ ਜੀ ਗੱਲ ਹੋਣੀ। ਤੁਸੀਂ ਅਗਰ ਬੱਕਰੀ ਫਾਰਮਿੰਗ ਕਰਨਾ ਚਾਹੁੰਦੇ ਹੋ ਜੀ, ਇਹਨੂੰ ਆਪਣੇ ਪੈਦਲ ਡਿਸਟੈਂਸ ਤੇ ਠੀਕ ਘਰ ਤੋਂ ਜੀ ਕਰੀਬ ਤੋਂ ਜਿਹੜੀ ਤੋਂ ਜਗ੍ਹਾ ਮੌਜੂਦ ਉੱਥੇ ਤੁਸੀਂ ਇਹਨੂੰ ਰਹਾਇਸ਼ ਦੇ ਕਰੀਬ। ਰਹਾਇਸ਼ ਦੇ ਕਰੀਬ ਕਰੋ। ਜੀ ਰਾਈਟ। ਜਿੱਥੇ ਤੁਸੀਂ ਜ਼ਿਆਦਾ ਨਹੀਂ ਨਾ ਤੇ ਸਵੇਰ ਸ਼ਾਮ ਕਮ ਸੇ ਕਮ 2 ਚੱਕਰ ਲਗਾ। ਜੀ ਰਾਈਟ। ਅੱਛਾ ਹੁਣ ਤੁਹਾਡੇ ਦਿਨ ਚ ਸਵਾਲ ਆਵੇਗਾ ਵੀ ਮੈਂ 2 ਟਾਈਮ ਜਾ ਕੀ ਕਰਨਾ, ਮੈਨੂੰ ਤਾਂ ਪਤਾ ਹੀ ਕੋਈ ਨਹੀਂ। ਜੀ। ਜਦੋਂ ਬੱਕਰੀਆਂ ਰੱਖੀਆਂ ਸਨ ਮੈਨੂੰ ਪਤਾ ਨਹੀਂ ਸੀ। ਜੀ ਸਹੀ ਹੈ। ਜਦੋਂ ਤੁਸੀਂ ਮੋਬਾਈਲ ਐਕਸੈਸਰੀ ਦਾ ਕੰਮ ਕੀਤਾ ਤੁਹਾਨੂੰ ਪਤਾ ਨਹੀਂ ਸੀ। ਨਹੀਂ ਪਤਾ ਸੀ ਬਿਲਕੁਲ। ਇਸ ਤਰ੍ਹਾਂ ਹੀ ਕੜੀ ਸਿੱਖੇ ਨਹੀਂ। ਹਾਂਜੀ। ਟਾਈਮ ਤੁਸੀਂ ਜਦੋਂ 2 ਟਾਈਮ ਆਪਣੇ ਜਾਨਵਰਾਂ ਵਿੱਚ ਜਾਓਗੇ ਜੀ 10 12 ਦਿਨ 15 ਦਿਨ ਆਸਤਾ ਆਸਤਾ ਤੁਹਾਨੂੰ ਦੀ ਗੱਲ ਸਮਝ ਆਏ। ਠੀਕ ਹੈ। ਪਿਛਲੇ ਦਿਨਾਂ 'ਚ ਮੈਂ ਵੀਡੀਓ ਬਣਾਈ ਸੀ ਜੀ। ਮੁਲਾਜ਼ਮ ਦਾ ਤੇ ਮਾਲਕ ਦਾ ਫਰਕ। ਠੀਕ। ਮੁਲਾਜ਼ਮ ਤੁਹਾਡੇ ਨਾਲ ਲਾਇਲ ਹੋ ਸਕਦਾ ਹੈ, ਇਮਾਨਦਾਰ ਹੋ ਸਕਦਾ ਹੈ, ਉਹਦੀ ਸਾਰੀਆਂ ਖੂਬੀਆਂ ਹੋ ਸਕਦੀਆਂ, ਮਗਰ ਉਹਦੀ ਤੇ ਤੁਹਾਡੀ ਨਜ਼ਰ ਵਿੱਚ ਫਰਕ ਰਹੇਗਾ। ਰਾਈਟ। ਬਿਲਕੁਲ। ਆਪਣਾ ਕੰਮ ਵੇਖਣ ਵਾਸਤੇ ਮਾਲਕ ਦੀ ਨਜ਼ਰ ਹੋਰ ਹੁੰਦੀ ਤੇ ਜਿਹੜਾ ਤੁਹਾਡੀ ਟੀਮ ਦਾ ਹਿੱਸਾ ਹੁੰਦਾ ਉਹਦੀ ਨਜ਼ਰ ਹੋਰ ਹੁੰਦੀ। ਬਿਲਕੁਲ ਸਹੀ। ਤੁਸੀਂ ਜਦੋਂ 2 ਟਾਈਮ ਜਾਓਗੇ ਜੀ ਜੀ 10 ਤੋਂ 15 ਦਿਨ ਮੈਕਸਿਮਮ ਮਹੀਨਾ ਲੱਗ ਜਾਏਗਾ, ਬੱਕਰੀਆਂ ਤੁਹਾਡੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦੇਣਗੀਆਂ। ਕੀ ਬਾਤ ਹੈ। ਤੁਹਾਨੂੰ ਸਮਝ ਆ ਜਾਏਗੀ ਬਈ ਬੱਕਰੀ ਕੀ ਕਹਿੰਦੀ ਹੈ, ਅੱਜ ਮੇਰੀ ਬੱਕਰੀ ਨੂੰ ਕੀ ਚਾਹੀਦਾ, ਕੀ ਚਾਹੀਦਾ, ਜਾਂ ਇਹਨੂੰ ਕੋਈ ਮਸਲਾ ਹੈ। ਜੀ। ਤੁਹਾਡੇ ਨਾਲ ਗੱਲਾਂ ਕਰਨੀ ਸ਼ੁਰੂ ਕਰ। ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਉਹਨੂੰ ਆਪਣਾ ਪੈਦਲ ਡਿਸਟੈਂਸ ਤੇ ਜਿੱਥੇ ਬਣਾਉਣਾ ਹੈ ਤੁਸੀਂ 2 ਟਾਈਮ ਉੱਥੇ ਕਮ ਸੇ ਕਮ ਜਾਣਾ ਜ਼ਰੂਰੀ ਹੈ। ਜਾਣਾ ਜ਼ਰੂਰੀ। ਜੀ ਠੀਕ। ਇਹ ਹੋ ਗਿਆ। ਉਸ ਤੋਂ ਅੱਗੇ ਆ ਜਾਓ ਬੱਕਰੀਆਂ ਤੁਹਾਨੂੰ ਕਿੰਨੀਆਂ ਲੈਣੀਆਂ ਚਾਹੀਦੀਆਂ। ਹਾਂ ਸਭ ਤੋਂ ਅਹਿਮ ਸਵਾਲ ਹੈ ਜੀ ਇਹ ਸਾਡਾ। ਹਾਂਜੀ। ਕਿਉਂਕਿ ਤੁਹਾਡਾ ਉਹਦੇ ਤੇ ਖਰਚਾ ਜਿਹੜੀ ਹੈ ਜਗ੍ਹਾ ਤੇ ਨਹੀਂ ਆਣਾ, ਤੁਹਾਡਾ ਆਲਰੇਡੀ ਮੌਜੂਦ ਹੈ। ਫਿਰ ਵੀ ਕਦੀ ਕਹੋਗੇ ਤਾਂ ਆਪਾਂ ਨੂੰ ਵਿਜ਼ਿਟ ਵੀ ਕਰ ਲਵਾਂਗੇ। ਜੀ ਠੀਕ। ਕੋਈ ਮਸਲਾ ਨਹੀਂ। ਜੀ ਠੀਕ। ਅਗਰ ਤੁਹਾਡੇ ਕੋਲ ਇਨਵੈਸਟਮੈਂਟ ਮੌਜੂਦ ਹੈ 50 ਲੱਖ ਰੁਪਏ ਦੀ, ਜੀ ਤੁਸੀਂ 5 ਲੱਖ ਦੀਆਂ ਬੱਕਰੀਆਂ ਲੈ ਲਓ। ਠੀਕ ਹੈ। ਇਸ ਤੋਂ ਸਟਾਰਟ ਅਸੀਂ 5 ਲੱਖ ਤੋਂ ਕਰੀਏ। ਬਿਲਕੁਲ ਠੀਕ ਹੈ। ਇਸ ਤੋਂ ਉੱਤੇ ਨਹੀਂ ਲੈਣੀ। ਨਹੀਂ ਜਾਣਾ। ਅਗਰ ਤੁਹਾਡੀ ਗੁੰਜਾਇਸ਼ ਹੈ 10 ਲੱਖ ਰੁਪਏ ਦੀ ਤਾਂ ਤੁਸੀਂ 2 ਲੱਖ ਦੇ ਲੈ। ਜੀ ਠੀਕ। 8 ਲੱਖ ਤੁਸੀਂ ਆਪਣੇ ਕੋਲ ਉਹਨੂੰ ਸੇਫ ਰੱਖਣਾ। ਸੇਵ ਰੱਖੋ। ਜੀ ਠੀਕ। ਅੱਛਾ ਅਗਲਾ ਸਵਾਲ ਆ ਗਿਆ ਵੀ ਤੁਸੀਂ ਉਹਨਾਂ ਦਾ ਬੱਕਰੀਆਂ ਕਿਹੜੀਆਂ ਲੈਣੀਆਂ। ਹਾਂ
ਕਿਹੜੀ ਸਾਨੂੰ ਨਸਲ ਰੱਖਣੀ ਚਾਹੀਦੀ ਹੈ? ਬਹੁਤ ਮਹਿੰਗੀ ਨਹੀਂ ਲੈਣੀ, ਜੀ ਠੀਕ, ਦਰਮਿਆਨੀ ਬੱਕਰੀ ਲੈ ਲਓ ਦੁਗਲੀ। ਠੀਕ ਹੈ। ਉਹ ਮੱਖੀ ਚੀਨੀ ਲੈਣੀ ਹੋਵੇ ਤਾਂ ਕਾਲੀ ਡੱਬੀ ਲੈਣੀ ਹੋਵੇ ਉਹ ਤੁਸੀਂ ਆਪਣੀ ਲੈ ਸਕਦੇ। ਠੀਕ। ਇੱਕ ਬਿਹਤਰੀਨ ਆਪਸ਼ਨ ਚੱਲਦਾ ਪਿਆ ਵਾਈਟ ਟੈਡੀ ਬੱਕਰੀ ਦਾ। ਜੀ ਠੀਕ, ਵਾਈਟ ਟੈਡੀ ਬੱਕਰੀ ਡੈਡੀ ਬੱਕਰੀ ਤੇ। ਉਹ ਕੀਮਤਨ ਵੀ ਘੱਟ ਹੈ, ਅੱਛਾ ਜੀ, ਉਹਦਾ ਖਰਚਾ ਵੀ ਘੱਟ ਹੈ, ਅੱਛਾ ਜੀ, ਉਹਦੇ ਬੱਚੇ ਦੇਣ ਦਾ ਜਿਹੜਾ ਟਾਈਮ ਪੀਰੀਅਡ ਉਹ ਵੀ ਘੱਟ ਹੈ, ਅੱਛਾ ਜੀ, ਤੇ ਬੱਚੇ ਦੇਣ ਦੀ ਤਾਦਾਦ ਵੀ ਜ਼ਿਆਦਾ ਹੈ। ਜ਼ਿਆਦਾ। ਠੀਕ, ਠੀਕ ਹੋ ਗਿਆ ਜੀ। ਠੀਕ, ਉਹ ਵੀ ਇੱਕ ਆਪਸ਼ਨ ਸਹੀ। ਮਤਲਬ ਘੱਟ ਇਨਵੈਸਟਮੈਂਟ ਨਾਲ ਉਹ ਵੀ ਹੋ ਜੀ, ਸਕਦਾ ਹੈ। ਅਗਰ ਉਹ ਨਹੀਂ ਤੇ ਫਿਰ ਤੁਸੀਂ ਦੋਗਲੀ ਬੱਕਰੀ ਨਾਲ ਕੰਮ ਸਟਾਰਟ ਕਰੀ। ਕੰਮ ਸਟਾਰਟ। ਠੀਕ, ਉਹ 5 ਲੱਖ ਦੀ ਜਿੰਨੀਆਂ ਵੀ ਹੋਣ ਤੁਸੀਂ ਰੂਟੀਨ ਨਾਲ ਠੀਕ, ਲੈ ਲਓ। ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਇਕੱਠਾ ਹੀ ਇਹ ਸਾਰਾ ਐਕਸਪੀਰੀਅੰਸ 6 ਮਹੀਨੇ ਸਾਲ ਦੇ ਵਿੱਚ ਕਰ ਲਵਾਂ, ਜੀ ਜੀ, ਫਿਰ ਉਹਦਾ ਉਸ ਤਰ੍ਹਾਂ ਅਗਰ ਤੁਸੀਂ 5 ਪੱਠਾ ਲੈ ਲਓ, ਜੀ ਠੀਕ, 5 ਗੱਭਣ ਬੱਕਰੀਆਂ ਲੈ ਲਓ। ਠੀਕ, ਬੱਕਰੀਆਂ ਮਹੀਨੇ 2 ਮਹੀਨੇ ਬਾਅਦ ਤੁਹਾਡੇ ਕੋਲ ਆ ਕੇ ਬੱਚੇ ਦੇ ਦੇਣਗੀਆਂ। ਠੀਕ ਹੈ। ਤੁਹਾਡਾ ਐਕਸਪੀਰੀਅੰਸ ਮੁਕੰਮਲ ਹੋ ਜਾਏਗਾ ਬਈ ਗੱਭਣ ਬੱਕਰੀ ਨੂੰ ਕਿਵੇਂ ਸਾਂਭੀਦਾ। ਕਿਵੇਂ ਸਮਝਦਾ? ਉਸ ਤੋਂ ਬਾਅਦ ਤੁਹਾਡੇ ਫਾਰਮ ਦੇ ਵਿੱਚ ਪੱਠਾ ਹੋਣਗੀਆਂ, ਬਿਲਕੁਲ ਠੀਕ। ਤੁਹਾਨੂੰ ਸਮਝ ਆ ਜਾਏਗੀ ਵੀ ਪੱਠ ਜਿਹੜੀ ਇਹਦੇ ਪ੍ਰੋਟੋਕੋਲ ਕੀ ਹੈ? ਕੀ ਨੇ। ਚਲੋ ਨਾਲ ਹੀ ਪ੍ਰੋਟੋਕੋਲ ਦੀ ਗੱਲ ਵੀ ਕਰ ਦਿੰਦੇ ਹਾਂ। ਸਵਾਏ ਕੁਰਬਾਨੀ ਵਾਲੇ ਬੱਕਰੇ ਤੋਂ ਆਖਰੀ ਚੰਦ ਮਹੀਨੇ ਛੱਡ ਕੇ ਜੀ। ਦੂਜਾ ਸਾਰੀਆਂ ਬੱਕਰੀਆਂ ਪ੍ਰੋਟੋਕੋਲ ਸੇਮ ਹੀ ਨੇ। ਸਹੀ, ਠੀਕ, ਸਿਰਫ ਕੁਰਬਾਨੀ ਵਾਲਾ ਬੱਕਰਾ ਜਿਹੜਾ ਨੂੰ ਆਖਰੀ 4-5 ਮਹੀਨੇ 3 ਮਹੀਨੇ ਥੋੜਾ ਜਿਹਾ ਡਿਫਰੈਂਸ ਕਰਨਾ ਪੈਂਦਾ, ਬਾਕੀ ਉਹਦਾ ਪੂਰਾ ਸਾਲ ਇੱਕ ਜੈਸਾ ਬਾਕੀ। ਇੱਕ ਜੈਸਾ। ਠੀਕ ਹੈ, ਦੋ ਚੀਜ਼ਾਂ ਤੁਹਾਡੀਆਂ ਹੋ ਗਈਆਂ ਹਾਂਜੀ, ਵੀ ਤੁਸੀਂ ਉਹਦਾ ਕੇਅਰ ਟੇਕ ਆਪ ਕਰਨੀ, ਜੀ, ਇਨਵੈਸਟਮੈਂਟ ਤੋਂ ਕਿੰਨੀ ਰੇਸ਼ੋ ਜਿਹੜੀ ਆਪਣਾ ਕਰਨੀ। ਸਹੀ। ਤੀਸਰਾ ਹੋ ਗਿਆ ਤੁਹਾਡੇ ਤੋਂ ਬੱਕਰੀਆਂ ਕਿਹੜੀਆਂ ਜੀ, ਲੈਣੀਆਂ। ਜਦੋਂ ਦੋਗਲੀਆਂ ਬੱਕਰੀਆਂ ਲੈਣੀਆਂ ਨੇ ਜੀ, ਤੇ ਜਿਹੜਾ ਬਰੀਡਰ ਹੈ ਉਹ ਚੰਗਾ ਲੈ ਠੀਕ, ਉਹਦੀ ਦਰਮਿਆਨੀ ਬੱਕਰੀ, ਸਹੀ। ਉਹਦੇ ਉੱਤੇ ਜਿੰਨਾ ਚੰਗਾ ਮਰਜ਼ੀ ਬਰੀਡਰ ਪਾਓਗੇ ਨਾ ਹਾਂਜੀ। ਉਹ ਓਡਾ ਚੰਗਾ ਤਲ ਦੂਗਾ। ਸਹੀ। ਅਗਰ ਬਰੀਡਰ ਪਾਓਗੇ ਮਾੜਾ तो ਨਸਲ ਬਰੀਡਰ ਤੋਂ ਚੱਲਣੀ। हाँ ਠੀਕ ਹੈ, जो चंगी बकरी तुम के फार्म तो लैन जाओगे ना ਜੀ ਜੀ, तो फार्मर 4-4 5-5 लाख रुपया 3-3 लाख रुपया मांग के बह जाएंगे तो अपनी 5 लाख की 2 ही बकरियां होंगी, ਬਿਲਕੁਲ ਸਹੀ, अपना कोई तजर्बा नहीं होगा। ਬਿਲਕੁਲ ਸਹੀ ਬਾਤ। ठीक है, जी। बकरियां पर लेनी गोश्त के रेट से ਗੋਸ਼ਤ ਦੇ ਰੇਟ ਬਿਲਕੁਲ ਸਹੀ ਹੈ, जिस तरह व्यापारी ले ਵਪਾਰੀ ਦੇ। ਉਹਦੇ ਉੱਤੇ ਤੁਸੀਂ ਕਰਨਾ ਹੈ ਐਕਸਪੈਰੀਮੈਂਟ। ਜੀ ਜੀ, 5 ਲੱਖ ਦਾ ਤੁਹਾਨੂੰ ਇਸ ਵਾਸਤੇ ਕਿਹਾ ਹੈ ਵੀ ਤੁਸੀਂ ਉਹਦੇ 6 ਮਹੀਨੇ ਦਾ ਤਜਰਬਾ ਕਰਨਾ। ਜੀ ਠੀਕ, 6 ਮਹੀਨਿਆਂ ਦੇ ਵਿੱਚ ਤੁਹਾਨੂੰ ਸਮਝ ਆ ਜਾਏਗੀ ਵੀ ਬੱਕਰੀ ਫਾਰਮਿੰਗ ਤੁਸੀਂ ਕਰ ਸਕਦੇ ਹੋ ਜੀ ਠੀਕ, ਜਾਂ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਅਗਰ ਤੁਸੀਂ ਬੱਕਰੀ ਫਾਰਮਿੰਗ ਕਰ ਸਕਦੇ ਹੋ ਜੀ ਜੀ, ਉਹਨੂੰ ਕਰੋੜ ਤੇ ਲੈ ਜਾਓ। ਰਾਈਟ, ਅਗਰ ਤੁਸੀਂ ਬੱਕਰੀ ਫਾਰਮਿੰਗ ਨਹੀਂ ਕਰ ਸਕਦੇ ਜੀ ਜੀ, ਤੇ ਫਿਰ ਜਿਹੜਾ 5 ਲੱਖ ਹੈ ਚਲੋ ਜੀ ਕੋਈ ਲੱਖ ਖੰਡ ਘਾਟਾ ਪੈ ਜਾਏਗਾ, ਜੀ ਬਿਲਕੁਲ ਸਹੀ। ਬਲਕਿ ਉਹ ਘਾਟਾ ਨੀ ਤੁਹਾਡਾ ਉਹਦੇ ਚ ਐਕਸਪੀਰੀਅੰਸ ਹੋ ਜਾਏਗਾ, ਐਕਸਪੀਰੀਅੰਸ ਹੋ ਜਾਏਗਾ। ਬੱਕਰੀ ਚ ਘਾਟਾ ਨਹੀਂ ਪੈਂਦਾ। ਜੀ ਠੀਕ। ਸਾਰ ਭਾਈ ਤੁਸੀਂ ਮੱਖੀ ਚੀਨੀ ਦੋਗਲੀ ਔਰ ਟੈਡੀ ਬੱਕਰੀ ਦਾ 2 ਆਪਸ਼ਨਾਂ ਦਿੱਤੀਆਂ। ਮੈਨੂੰ ਤੁਸੀਂ ਇਹ ਦੱਸੋ ਕਿ ਅਸੀਂ ਅਗਰ ਟੈਡੀ ਜਾਂ ਮੈਨੂੰ ਇਸ ਸੇਲ 'ਚ ਮੱਖੀ ਚੀਨੀ ਜਾਂ ਦੋਗਲੀ ਔਰ ਟੈਡੀ 'ਚ ਕੋਈ ਡਿਫਰੈਂਸ ਹੈ? ਅਗਰ ਤੁਸੀਂ ਦੇਖੋ ਨਾ, ਅਸੀਂ ਤੇ ਸ਼ੌਕ ਤੇ ਨਹੀਂ ਨਾ, ਅਸੀਂ ਰੱਖਣੀਆਂ ਤੇ ਨਹੀਂ, ਜੀ। ਅਸੀਂ ਤੇ ਜ਼ਾਹਰ ਇਹਨਾਂ ਨੂੰ ਪਾਲਾਂਗੇ ਅੱਗੇ, ਇਹਨਾਂ ਨੂੰ ਸੇਲ ਆਸਾਨੀ ਕਿਹਦੇ 'ਚ ਆ? ਇਹ ਬੜਾ ਕੀਮਤੀ ਸਵਾਲ ਤੁਹਾਡਾ। ਹਾਂਜੀ, ਬੱਕਰੀ ਹੋਵੇ ਟੈਡੀ, ਹਾਂਜੀ, ਬੱਕਰੀ ਹੋਵੇ ਮੱਖੀ ਚੀਨੀ ਜੀ, ਜਾਂ ਜੀ। ਬੱਕਰੀ ਹੋਵੇ ਪਹਾੜੀ, ਕਿਸੇ ਵੀ ਕਿਸਮ ਦੀ ਜੀ ਠੀਕ, ਇੱਕ ਗੱਲ ਜ਼ਿਹਨ 'ਚ ਰੱਖਣੀ ਹੈ, ਬੱਕਰੀ ਦੇ ਦੁੱਧ ਦੀ ਪਾਕਿਸਤਾਨ 'ਚ ਮਾਰਕੀਟ ਕੋਈ ਨਹੀਂ ਮਾਰਦੇ। ਹਾਲਾਂਕਿ ਦੂਸਰੇ ਮੁਲਕਾਂ 'ਚ ਬਹੁਤ ਮਹਿੰਗਾ ਦੁੱਧ ਹੈ, ਮਾਰਕੀਟ ਨਹੀਂ। ਪਾਕਿਸਤਾਨ 'ਚ ਕੋਈ ਅੱਛਾ ਮਾਰਕੀਟ ਪਿੱਛੇ ਰਹਿ ਗਿਆ ਗੋਸ਼ਤ ਗੋਸ਼ਤ ਦੀ ਤੇ ਹਾਂਜੀ। ਜਾਂ ਰਹਿ ਗਿਆ ਸ਼ੌਕ। ਜੀ ਠੀਕ ਹੈ, ਸ਼ੌਕ ਕਰਨ ਵਾਲੇ ਤੁਹਾਨੂੰ ਬੰਦੇ ਮਿਲਣਗੇ ਪੂਰੇ ਪੰਜਾਬ 'ਚ 10 ਜਾਂ 15। ਜੀ ਰਾਈਟ, ਇਦਾਂ ਹੀ ਹੈ। ਪਿੱਛੇ ਰਹਿ ਗਿਆ ਗੋਸ਼ਤ। ਗੋਸ਼ਤ, ਤੁਸੀਂ ਜਿਹੜੀ ਵੀ ਬੱਕਰੀ ਪਾਲਣੀ ਜੀ, ਤੁਸੀਂ ਗੋਸ਼ਤ ਵਾਸਤੇ ਪਾਲ ਗੋਸ਼ਤ ਵਾਸਤੇ ਤੇ ਗੋਸ਼ਤ ਦੀ ਮਾਰਕੀਟ 12 ਮਹੀਨੇ 30 ਦਿਨ ਸੇਮ ਰਹਿੰਦੀ। ਸੇਮ ਰਹਿੰਦੀ ਹੈ, ਬਿਲਕੁਲ ਸਹੀ। ਇਹ ਤੁਹਾਡਾ ਕੋਈ ਨਹੀਂ ਹੋਣਾ ਵੀ ਇਹ ਜਿਹੜਾ ਟੈਡੀ ਬੱਕਰਾ ਹੈ ਇਹਦਾ ਗੋਸ਼ਤ ਜਿਹੜਾ ਹੈ 1500 ਰੁਪਏ ਨੂੰ ਹੈ ਤੇ ਮੇਰੇ ਕੋਲ ਮੱਖੀ ਜੀਨਾ ਦਾ 2500 ਨੂੰ, ਉਹ ਵੀ 2500 ਨੂੰ ਵਿਕਣਾ ਹੈ, ਉਹ ਵੀ 2500 ਨੂੰ ਉਹ ਵਿਕਣਾ ਹੈ। ਬਿਲਕੁਲ ਸਹੀ ਹੈ। ਸਿਰਫ ਇਹ ਹੁੰਦਾ ਹੈ ਕੁਰਬਾਨੀ ਤੇ ਜਾ ਕੇ ਥੋੜਾ ਬਹੁਤਾ ਜਿਹੜਾ ਉਹ ਖੂਬਸੂਰਤ ਦਾ ਸ਼ੌਕ ਦਾ ਫਰਕ ਜਿਹੜਾ ਹਾਂ ਜੀ, ਉਹ ਕੁਰਬਾਨੀ ਵਾਲੇ ਜਾਨਵਰ ਦਾ। ਜੀ ਜੀ ਤੁਸੀਂ ਇਹਨੂੰ ਗੋਸ਼ਤ ਦਾ ਮਾਈਂਡਸੈਟ ਬਣਾਉਣਾ ਜੀ ਠੀਕ, ਬਈ ਕਿਹੜਾ ਜਾਨਵਰ ਕਮ ਵਕਤ ਦੇ ਵਿੱਚ ਜ਼ਿਆਦਾ ਗੋਸ਼ਤ ਪੈਦਾ, ਗੋਸ਼ਤ ਪੈਦਾ ਕਰ। ਦੈਟਸ ਇਟ। ਤੁਸੀਂ ਗੋਸ਼ਤ ਹੀ ਵੇਚਣਾ, ਗੋਸ਼ਤ ਤੋਂ ਇਲਾਵਾ ਬੱਕਰੀ ਦੀ ਕੋਈ ਸ਼ੈ ਹੋਰ ਨਹੀਂ ਵਿਕਦੀ, ਬਾਕੀ ਸਾਰੀਆਂ ਗੱਪਾਂ ਗੜੀਆਂ ਹੋਈਆਂ। ਬਾਬਾ ਸਭ ਬਾਕੀ ਸਭ ਗੱਪਾਂ। ਔਰ ਅਸੀਂ ਇਹਨੂੰ ਬਿਜ਼ਨਸ ਲੈ ਕੇ ਚੱਲਣਾ, ਕੋਈ ਅਸੀਂ ਇਹਨੂੰ ਸ਼ੌਕ ਨਾਲ ਨਹੀਂ ਰੱਖਣਾ, ਅਸੀਂ ਬਿਜ਼ਨਸ ਕਰਨਾ ਵਾ। ਹਾਂਜੀ ਉਹਦੇ ਤੇ ਅਸੀਂ ਆਪਣੀ ਵਰਕਿੰਗ ਉਹੀ ਮਸ਼ਵਰਾ ਸੀ ਕਿ ਟੈਡੀ ਔਰ ਦੇਸੀ ਉਹ ਇੱਕ ਰੇਟ 'ਚ ਹੀ ਸੇਲ ਹੋਣੀ ਆ। ਕੋਈ ਫਰਕ ਲੇਕਿਨ ਨਹੀਂ। ਟੈਡੀ ਦਾ ਮਸਲ ਕਿ ਕੂਵ ਤੇ ਮਦਾਫੀਅਤ ਔਰ ਉਹਨਾਂ ਦੀ ਸਾਨੀ ਆ ਖੁਰਾਕ ਵੀ ਹਾਂਜੀ ਕਿਉਂਕਿ ਸ਼ਹਿਰ ਦੇ ਵਿੱਚ ਥੋੜੀ ਤੁਹਾਨੂੰ ਮਹਿੰਗੀ ਪਵੇਗੀ ਖੁਰਾਕ, ਜੀ ਠੀਕ ਹੈ। ਟੈਡੀ ਦਾ ਖਰਚਾ ਥੋੜਾ ਹੈ, ਟੈਡੀ ਦਾ ਖਰਚਾ ਘੱਟ, ਬੱਚੇ ਦੀ ਤਾਦਾਦ ਜ਼ਿਆਦਾ ਹੈ, ਬੱਚੇ ਇੰਤਜ਼ਾਰ ਕਰ। ਜਿਹੜਾ ਟਾਈਮ ਡਿਊਰੇਸ਼ਨ ਉਹ ਉਹਦਾ ਘੱਟ ਹੈ, ਉਹ 4.5 ਮਹੀਨੇ ਤੋਂ ਬਾਅਦ ਬੱਚਾ ਦੇ ਦਿੰਦੀ। ਵੈਰੀ ਗੁੱਡ, ਵੈਰੀ ਉਹ ਤੁਸੀਂ ਦੋਵੇਂ ਤੇ ਤਜਰਬਾ ਕਰ ਲਓ ਇਕੱਠਾ। ਅੱਛਾ ਅੱਛਾ ਅੱਛਾ।
ਮੱਖੀ ਜਿੰਨੀ ਦੋਗਲੀ ਲੈ ਲਓ ਹਾਂਜੀ ਜਾਂ ਕਾਲੀ ਡੱਬੀ ਦੀ ਦੋਗਲੀ ਲੈ ਲਓ, ਨਾਲ ਵਾਈਟ ਆਈਡੀ ਕੋ 5-7 ਲੈ ਲਓ, ਤੁਹਾਡਾ ਇਕੱਠਾ ਹੀ ਜਿਹੜਾ ਐਕਸਪੀਰੀਅੰਸ ਇਕੱਠਾ ਐਕਸਪੀਰੀਅੰਸ। ਹੋ ਜਾਏਗਾ। ਅੱਛਾ, ਅਗਲੀ ਚੀਜ਼ ਜਿਹੜੀ ਸਭ ਤੋਂ ਅਹਿਮ ਹੈ, ਜੀ ਜੀ ਜਿਹੜੀ ਤੁਸੀਂ ਜ਼ਿਹਨ ਦੇ ਵਿੱਚ ਜੀ ਜੀ ਰੱਖਣੀ ਹੈ, ਹਾਂਜੀ ਔਰ ਇਹਦੇ ਉੱਤੇ ਹੀ ਸਾਰੀ ਬੱਕਰੀ ਫਾਰਮਿੰਗ ਦਾ ਮੈਦਾਨ ਹੈ। ਜੀ ਜੀ ਤੁਸੀਂ ਬੱਕਰੀਆਂ ਲੈ ਲਓ, ਤੁਹਾਡੇ ਕੋਲ ਜਗ੍ਹਾ ਵੀ ਮੌਜੂਦ ਹੈ, ਸਾਰੇ ਮਾਮਲੇ ਤੁਸੀਂ ਕਰ ਸਕਦੇ ਹੋ। ਹਾਂਜੀ ਹੁਣ ਆਣਾ ਬੱਕਰੀ ਦੇ ਖਰਚੇ ਤੇ। ਜੀ ਬਿਲਕੁਲ ਸਹੀ ਮੈਂ ਬੱਕਰੀਆਂ ਰੱਖੀਆਂ ਨੇ ਸਾਹੀਵਾਲ, ਜੀ ਤੁਸੀਂ ਰੱਖਣੀਆਂ ਨੇ ਉਕਾੜੇ। ਜੀ ਇੱਕ ਬੰਦਾ ਹੈ, ਉਹਨੇ ਬੱਕਰੀਆਂ ਰੱਖੀਆਂ ਨੇ ਸਿੰਧ। ਸਹੀ ਠੀਕ ਹੈ ਅੱਛਾ, ਗੋਸ਼ੇ ਦਾ ਰੇਟ ਸੇਮ ਹੈ, ਬਿਲਕੁਲ ਇਦਾਂ ਹੀ ਠੀਕ ਹੋ ਗਿਆ ਠੀਕ ਹੈ। ਮੈਂ ਬੱਕਰੀ ਨੂੰ ਬਦਾਮ ਖਵਾਂ, ਜੀ ਮੈਂ ਬੱਕਰੀ ਨੂੰ ਜੋ ਕੁਝ ਮੈਨੂੰ ਲੱਭ ਸਕਦਾ ਹੈ, ਮੁਰੱਬੇ ਖਵਾਂ ਜਾਂ ਸੇਬ ਖਵਾਂ, ਜੋ ਤੁਸੀਂ ਖਵਾ ਸਕਦੇ ਮੈਂ ਖਵਾਂ। ਜੀ ਬੱਕਰੇ ਦਾ ਗੋਸ਼ੇ ਦਾ ਰੇਟ 2000 ਰੁਪਏ ਐਵਰੇਜ ਪਾਕਿਸਤਾਨ ਦਾ। ਪੂਰੇ ਪਾਸੇ ਸੇਮ ਰੇਟ Average। ਜੀ ਇੱਥੇ ਐਵਰੇਜ ਹੈ ਕਿਸੇ ਵੱਡੇ ਸ਼ਹਿਰ 'ਚ 200-400 ਦਾ ਅੱਗਾ ਪਿੱਛਾ ਹੋਵੇ। ਹਾਂ ਜੀ ਹਾਂ। ਐਵਰੇਜ ਰੇਟ ਹੈ ਜੋ ਤੁਸੀਂ Average। ਕਹਿ ਰਹੇ ਜੋ ਅੱਛਾ, ਬੱਕਰੀ ਨੇ ਬਦਾਮ ਖਾਧੇ ਨੇ, ਰੇਟ ਤਾਂ ਵੀ 200 ਹੋਣਾ, ਆਪਣਾ 2000 ਹੋਵੇਗਾ। 2000 ਹੋਣਾ ਅਗਰ ਬੱਕਰੀ ਮੇਰੀਆਂ ਬੱਕਰੀਆਂ ਨੂੰ ਚੜਾਈ ਦਿੱਤੀਆਂ, ਜੀ ਜੀ ਉਹਨਾਂ ਆਣਾ ਜਦੋਂ ਮੈਂ ਬੱਕਰਾ ਵੇਚਣਾ ਗੋਸ਼ਤ ਦਾ 2000 ਬਿਲਕੁਲ ਸਹੀ ਇਦਾਂ ਹੀ ਠੀਕ ਹੈ। ਤੁਸੀਂ ਕਿਸੇ ਵੀ ਕੰਮ ਦੇ ਵਿੱਚ ਜਾਂਦੇ ਹੋ, ਜੀ। ਮਾਰਕੀਟ ਨੂੰ ਕੰਪੀਟ ਕਰਨਾ ਬਹੁਤ ਜ਼ਰੂਰੀ। ਬਹੁਤ ਜ਼ਰੂਰੀ। ਜਿਹੜਾ ਤੁਸੀਂ ਕੰਮ ਕਰ ਰਹੇ ਹੋ ਅੱਗੇ ਆਪਦਾ ਅਸੈਸਰੀ ਦਾ, ਜੀ ਜੀ ਅਗਰ ਤੁਹਾਡੀ ਵੀ ਅਸੈਸਰੀ ਸੇਮ ਹੈ, ਜੀ। ਭਾਈ ਇਹਨਾਂ ਦੀ ਵੀ ਸੇਮ ਹੈ, ਜੀ ਤੇ ਜੀ ਤੁਹਾਡਾ ਰੇਟ 10 ਰੁਪਏ ਵੱਧ ਕੋ ਲਏਗਾ, ਬਿਲਕੁਲ ਨਹੀਂ ਦੇਗਾ ਉਹਨੇ ਆਪਣੇ ਰੇਟ ਤੇ ਵਿਕਣਾ। ਆਪਣੇ ਰੇਟ ਤੇ ਵਿਕਣਾ ਬੱਕਰੀ ਦੇ ਗੋਸ਼ਤ ਨੇ ਵੀ ਆਪਣੇ ਰੇਟ ਤੇ ਵਿਕਣਾ। ਬਿਲਕੁਲ ਸਹੀ ਅਸਾਂ ਕੀ ਕਰਨਾ ਹੈ? ਜੀ ਅਸਾਂ ਇਹਦਾ ਖਰਚਾ ਘਟਾਉਣਾ ਹੈ। ਠੀਕ ਖਰਚਾ ਘਟਾਉਣਾ ਹੈ, ਇਹਦੀ ਪ੍ਰੋਡਕਸ਼ਨ ਵਧਾਣੀ ਹੈ ਵਧਾਉਣੀ। ਅਗਰ ਆਪਾਂ ਕਿਸੇ ਵੰਡੇ ਨੂੰ, ਕਿਸੇ TMR ਨੂੰ ਜਾਂ ਕਿਸੇ ਇਸ ਤਰ੍ਹਾਂ ਦੀ ਬਲਾ ਨੂੰ ਪੈ ਜਾਂਦੇ ਹਾਂ, ਜੀ ਜੀ ਬੱਕਰੀ ਸ਼ਾਮ ਨੂੰ 300 ਰੁਪਈਆ ਖਾ ਜਾਂਦੀ, ਠੀਕ ਠੀਕ ਤੇ ਬੱਕਰੀ ਇੱਕ ਦਿਨ 300 ਨਹੀਂ ਖਾਣਾ, ਆ ਉਹਨੇ 365 ਦਿਨ ਪੂਰਾ ਸਾਲ ਉਹਨੇ 12 ਮਹੀਨੇ 30 ਦਿਨ ਮੁਸਲਸਲ ਰੋਜ਼ ਉਹਨੂੰ ਇੰਨੀ ਭੁੱਖ ਲੱਗਣੀ, ਉਹਨੇ ਮਿੰਗਣਾ ਕਰੀ ਜਾਣੀਆਂ ਨੇ। ਬਿਲਕੁਲ ਸਹੀ ਗੱਲ ਤੁਹਾਡਾ 300 ਰੋਜ਼ ਉਹਨੇ, ਖਾਈ ਜਾਣਾ ਉਹ 9000 ਰੁਪਇਆ ਬਣੇਗਾ ਮਹੀਨੇ ਦਾ, ਬਿਲਕੁਲ ਇਦਾਂ ਹੀ ਉਹਨੂੰ 12 ਨਾਲ ضرب ਦੇ ਲਓ, ਹਾਂਜੀ ਉਹ ਤੇ ਤਕਰੀਬਨ ਕੋਈ 1 ਲੱਖ ਦੇ ਕਰੀਬ ਪਹੁੰਚ ਜਾਏਗਾ ਠੀਕ ਹੈ। ਅਗਰ ਉਹ 250 ਰੁਪਇਆ ਖਾਂਦੀ ਹੈ, ਹਾਂਜੀ ਉਹਦੀ ਗੱਲ ਕੋਈ 70-75 ਰੁਪਇਆ ਉਹਦਾ ਬਣ ਜਾਏਗਾ। ਜੀ ਇਦਾਂ ਹੀ ਅਗਰ ਉਹ 200 ਰੁਪਇਆ ਖਾਂਦੀ ਹੈ ਤੇ 6000 ਰੁਪਇਆ ਬਣਿਆ, ਤੇ 12 ਛਿੱਕਾ 72, ਹਾਂ 200 ਹਿਸਾਬ ਨਾਲ ਤੁਹਾਡੀ 72000 ਰੁਪਇਆ ਬੱਕਰੀ ਦਾ। ਜੀ ਬਿਲਕੁਲ ਏਦਾਂ ਹੀ। ਹੁਣ ਦੇਖਣਾ ਇਹ ਵੇ ਅਗਰ 72000 ਖਾਂਦੀ ਤੇ ਬੱਕਰੀ ਦੀ ਪ੍ਰੋਡਕਸ਼ਨ ਕੀ ਹੈ। ਹਾਂ ਉਹ ਸਾਲ ਬਾਅਦ ਕੀ ਸਾਨੂੰ ਦਿੰਦੀ ਬਿਲਕੁਲ ਇਹ ਅਸਲ ਇਹ ਜਿਹੜਾ ਪਸ਼ੀਦਾ ਸਵਾਲ ਹੈ ਨਾ ਜੀ ਹਾਂਜੀ। ਇਹ ਤੁਸੀਂ ਹੁਣ ਸਾਨੂੰ ਜਵਾਬ ਦੇਣਾ ਹੈ ਹਾਂਜੀ ਇਹਦਾ ਸਿੰਪਲ ਫਾਰਮੂਲਾ ਹੈ, ਤੁਹਾਡੇ ਕੋਲ ਇਨਵੈਸਟਮੈਂਟ ਮੌਜੂਦ ਹੈ, ਜੀ ਤੁਸੀਂ ਫਾਰ ਦਾ ਤੁਹਾਨੂੰ ਜ਼ਿਆਦਾ ਤੁਸੀਂ ਇਹਦੇ ਤੇ ਦਾਰੋਮਦਾਰ ਤੁਹਾਡਾ ਹੋਵੇਗਾ ਖੁਸ਼ਕ ਤੇ ਜੀ। ਪਹਿਲੀ ਪ੍ਰਾਇੋਰਟੀ ਤੇ ਕਰੋ, ਉੱਥੇ ਕਰੀਬ ਆਪਣੇ 2-4 ਏਕੜ ਚੰਗੀ ਜ਼ਮੀਨ ਲੈ ਲਓ। ਠੀਕ ਹੈ ਬਿਲਕੁਲ ਠੀਕ ਫਾਰ ਐਗਜ਼ਾਮਪਲ 5000 ਦੀਆਂ ਬੱਕਰੀਆਂ ਆਪਾਂ ਨੂੰ ਆਉਂਦੀਆਂ 10, ਜੀ 5 ਲੱਖ ਦੀ 5 ਲੱਖ ਦੀਆਂ, 5 ਲੱਖ ਦੀ। ਹਾਂ 10 ਆਉਂਦੀਆਂ। ਹਾਂਜੀ 10 ਬੱਕਰੀਆਂ ਵਾਸਤੇ 1 ਏਕੜ ਜ਼ਮੀਨ ਤੁਸੀਂ ਠੇਕੇ ਤੇ ਲੈ ਲੈਣੀ। ਇੱਕ ਠੀਕ ਹੈ ਬੱਕਰੀਆਂ 10 ਕਰ ਲਓ, 15 ਕਰ ਲਓ, ਥੋੜਾ ਬਹੁਤਾ ਅੱਗਾ ਜੀ ਪਿੱਛਾ ਜੀ, ਕਰ ਲਓ। ਹਾਂਜੀ 1 ਏਕੜ ਜ਼ਮੀਨ ਲੈ ਲੈਣੀ, ਠੀਕ ਉੱਥੇ ਚਾਰਾ ਆਪਣਾ ਲਾਣਾ। ਠੀਕ ਹੈ ਜਿਹੜਾ ਚਾਰਾ ਤੁਹਾਨੂੰ ਬਾਏ ਕਰਨਾ ਹੈ, ਮੇਰੇ ਕੋਲੋਂ, ਜ਼ੈਦ ਕੋਲੋਂ, ਬੱਦਰ ਕੋਲੋਂ, ਜੀ ਜੀ ਉਹ ਤੁਹਾਨੂੰ ਮੈਂ ਤੁਹਾਨੂੰ ਲੂਸਣ ਦੀ ਖੇਤ ਦੀ ਮਿਸਾਲ ਦਿੰਦਾ। ਜੀ ਜੀ 4000 ਤੋਂ ਲਾ ਕੇ ਤੇ 5000 ਤੱਕ ਐਵਰੇਜ ਰੇਟ ਲੂਸਣ ਦੀ ਖੁਸ਼ਕ ਖੇਤ ਦਾ। ਜੀ ਇਦਾਂ ਹੀ ਉਹ ਲੈ ਕੇ ਬੱਕਰੀ ਸਰਵਾਈਵ ਨਹੀਂ ਕਰ ਸਕਦੀ। ਠੀਕ ਹੈ ਉਹ ਮੇਰਾ ਲੂਸਣ ਵਿਕ ਸਕਦਾ ਹੈ, ਬਿਲਕੁਲ ਠੀਕ ਹੈ ਠੀਕ ਹੈ, ਮੇਰਾ ਵੰਡਾ ਵਿਕ ਸਕਦਾ ਹੈ, ਸਹੀ। ਤੁਹਾਨੂੰ ਬੱਕਰੀ ਕੁਝ ਨਹੀਂ ਦੇਣਾ। ਬੱਕਰੀ 2 ਕਿਲੋ ਖਾਣਾ, ਅੱਧਾ ਕਿਲੋ ਗਵਾ ਦੇਣਾ ਹੈ। ਸਹੀ ਹੈ ਇਸ ਤਰ੍ਹਾਂ ਹੀ ਨਾ ਜੀ, ਤੁਹਾਨੂੰ ਤਾਂ ਪੈ ਗਈ 300 ਸਿਰਫ ਖੁਸ਼ਕ ਲੂਸਣ ਦੀ, ਤੇ ਇਕੱਲੇ ਲੂਸਣ ਨਾਲ ਬੱਕਰੀ ਪਲਦੀ ਵੀ ਨਹੀਂ। ਤੁਸੀਂ ਉਹਦੇ ਨਾਲ ਹੋਰ ਵੀ 100 ਮਾਮਲਾਤ। ਬਿਲਕੁਲ ਜੀ ਤੁਸੀਂ ਅਗਰ ਗਰੇਜ਼ਿੰਗ ਦਾ ਕੋਈ ਬੰਦੋਬਸਤ ਹੋਵੇ, ਜੀ ਬੰਦਾ ਰੱਖ ਦਿਓ, ਕੋਈ ਮਸਲਾ ਨਹੀਂ, ਉਹ ਗਰੇਜ਼ਿੰਗ ਕਰਵਾਏ, ਠੀਕ ਹੈ ਸ਼ਾਮ ਨੂੰ ਇਹਨਾਂ ਦਾ ਬੰਦੋਬਸਤ ਕਰ ਦਿਓ। ਅਗਰ ਤੁਹਾਨੂੰ ਟਾਲ ਤੋਂ ਪੱਠੇ ਸਬਜ਼ ਸਸਤੇ ਮਿਲਣ, ਜੀ ਜੀ ਉਹ ਪਾ ਲਓ। ਠੀਕ ਹੈ ਅਗਰ ਤੁਹਾਨੂੰ ਖੁਸ਼ਕ ਸਸਤਾ ਪੈਂਦਾ ਹੈ, ਖੁਸ਼ਕ ਪਾ ਲਓ। ਠੀਕ। ਅਗਰ ਤੁਸੀਂ 1 ਏਕੜ ਜਗ੍ਹਾ ਲੈ ਕੇ ਟਾਈਮਲੀ ਉੱਥੇ ਲੂਸਣ ਕਾਸ਼ਤ ਕਰ ਦਿੰਦੇ ਨਾ, ਜੀ ਜੀ ਉਹ ਲੂਸਣ ਨਹੀਂ ਹੋਣੇ ਦੀ ਜੈਂਤਰ ਦੀ ਇਹ ਹਾਂਜੀ ਜੰਤਰ ਦਾ ਮੌਸਮ ਆ ਰਿਹਾ ਤੁਹਾਡੇ 5-6 ਮਹੀਨੇ ਆਸਾਨੀ ਨਾਲ ਜੰਤਰ ਹਾਂ, ਖੜਾ ਦੇ ਉਹ ਤੁਹਾਡਾ ਕਰ। ਜੋ ਹੀ ਅੱਗੋਂ ਮੂੰਗੀ ਗੁਆਰੇ ਦਾ ਮੌਸਮ ਆਵੇਗਾ, ਹਾਂਜੀ ਜਦੋਂ ਸਸਤੀ ਅਵੇਲੇਬਲ ਹੋਵੇਗੀ, ਤੁਸੀਂ ਕਿਨੂੰ 40-50 ਮਣ ਸਟਾਕ ਸਟਾਕ ਕਰ ਲਓ। ਅੱਗੋਂ ਕਣਕ ਦਾ ਮੌਸਮ ਆ ਰਿਹਾ, ਕਿਸੇ ਨੇ ਲੈਣੀ ਮੈਨੂੰ ਲੱਗਦਾ ਇਹਦੀ ਕਣਕ, ਠੀਕ ਕਿਸਾਨਾਂ ਦੀ ਕਣਕ ਅਗਲੀ ਭਾਈ ਕਿਸੇ ਨੇ ਲੈਣੀ। ਸਹੀ ਹੈ ਉਹ ਜਿਹੜਾ 2200-2500 ਰੇਟ ਹੋਵੇਗਾ, ਜੀ। ਉਹ ਕੋਈ 10 ਮਣ ਜਿਹੜਾ ਲੈ ਕੇ ਤੇ ਦਾਣੇ ਰੱਖ ਲੈ ਰੱਖ ਦਿਓ, ਤੁਸੀਂ ਕੰਨਾ ਚੁੰਗਲਾ ਦੇ ਦਿਓ। ਵੈਰੀ ਗੁੱਡ ਤੁਹਾਨੂੰ ਫਿਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਨਹੀਂ ਹੈ, ਤੁਹਾਡੇ ਕੋਲ ਸਟਾਕ ਪਿਆ ਹੈ। ਤੁਹਾਨੂੰ ਮਸਲੇ ਨਹੀਂ ਹੈ। 2 ਟਾਈਮ ਤੁਸੀਂ ਆ ਰਹੇ ਹੋ, ਹਾਂਜੀ ਬੱਕਰੀ ਦੀ ਜਗ੍ਹਾ ਖੁਸ਼ਕ ਹੋਣੀ ਚਾਹੀਦੀ ਹੈ, ਜੀ। ਬੱਕਰੀ ਦਾ ਢਿੱਡ ਭਰਨਾ ਚਾਹੀਦਾ, ਠੀਕ। ਜਿਹੜੀ ਸ਼ੈ ਨਾਲ ਮਰਜ਼ੀ ਭਰ ਲਓ। ਤੁਸੀਂ ਅਕਸਰ YouTube ਤੇ ਸੁਣੋਗੇ,
YouTube ਦੀ ਫਾਰਮਿੰਗ ਹੋ ਰਹੀ ਤੇ ਪ੍ਰੈਕਟੀਕਲੀ ਫਾਰਮਿੰਗ ਜਿਹੜੀ ਉਹ ਉਹ ਪ੍ਰੈਕਟੀਕਲ ਡਿਫਰੈਂਸ ਹੈ ਬਿਲਕੁਲ ਇਹਦੇ। ਤੁਸੀਂ ਪ੍ਰੈਕਟੀਕਲ ਤੇ ਰਹੋਗੇ ਜੀ, ਤੇ ਜੀ। ਤੁਹਾਨੂੰ ਰੋਜ਼ੀ ਰੋਜ਼ੀ, ਦੇਗਾ। ਬਿਲਕੁਲ। ਬੱਕਰੀ ਦਾ ਥਾਂ ਤੇ ਨਹੀਂ ਖੁਸ਼ ਹੋਗੇ, ਠੀਕ ਹੈ ਬੱਕਰੀ ਦਾ ਢਿੱਡ ਭਰੇ। ਠੀਕ ਹੈ। ਅਕਸਰ ਲੋਕ ਮੈਂ ਸੁਣਦਾ ਉਹ ਕਹਿੰਦੇ ਨੇ ਭਾਈ ਮਤਵਾਦਨ ਗ਼ਜ਼ਾ ਪੂਰੀ ਕਰਨੀ। ਹਾਂਜੀ ਦੇਖੋ ਤੁਸੀਂ ਇੱਕ ਚੰਗੇ ਭਲੇ ਬਿਜ਼ਨਸਮੈਨ ਹੋ, ਜੀ ਜੀ ਅੱਲਾਹ ਪਾਕ ਦਾ ਦਿੱਤਾ ਹੋਇਆ ਸਾਡੇ ਕੋਲ ਸਭ ਕੁਝ ਮੌਜੂਦ ਹੈ। ਜੋ ਸਹੂਲਤਾਂ ਇਸ ਟਾਈਮ ਸਾਨੂੰ ਚਾਹੀਦੀਆਂ ਨੇ ਪਾਕਿਸਤਾਨ ਵਿੱਚ, ਸਾਨੂੰ ਸਾਰੀਆਂ ਅੱਲਾਹ ਪਾਕ ਨੇ ਅੱਲਾਹ ਦਾ ਸ਼ੁਕਰ, ਬਿਲਕੁਲ ਤੇ ਅੱਲਾਹ ਪਾਕ ਨੇ ਜਿਹੜੀਆਂ ਦਿੱਤੀਆਂ ਜੀ। ਨੇ। ਅੱਜ ਤੱਕ ਮੈਨੂੰ ਨਹੀਂ ਪਤਾ ਮੇਰੀ ਮਤਵਾਦਨ ਗ਼ਜ਼ਾ ਕੀ ਹੈ। ਸਹੀ ਜੇ ਤੁਹਾਡੇ ਕਿਸੇ ਨੂੰ ਪਤਾ ਤਾਂ ਮੈਨੂੰ ਦੱਸੋ। ਬਿਲਕੁਲ ਸਹੀ। ਰੋਟੀ ਖਾਣੇ ਆ ਰੋਟੀ ਖਾਣੇ ਜੋ ਸਾਡਾ ਕਲਚਰ ਚ ਖੁਰਾਕ ਚੱਲ ਰਹੀ ਅਸੀਂ ਉਹ ਯੂਜ਼ ਬਸ ਜੀ ਇੱਦਾਂ ਜਿਹੜੀ ਲੱਭ ਜਾਂਦੀ ਜੀ, ਹੈ, ਬਿਲਕੁਲ। ਜੋ ਸਾਡੇ ਬੱਚਿਆਂ ਦੇ ਅਸੀਂ ਉਹ ਲਿਆ ਦਿੰਦੇ ਆ। ਉਹ ਲਿਆ ਸ਼ਾਮੀ ਜੋ ਪੱਕਦਾ ਸਾਰੇ ਚੁੱਪ ਕਰਕੇ ਰੂਟੀਨ ਨਾਲ। ਜੀ ਤੇ ਬੱਕਰੀ ਦੀ ਮਤਵਾਦਨ ਗ਼ਜ਼ਾ ਮਾੜੇ ਬੰਦੇ ਕਿਤੇ ਨਹੀਂ। ਬਿਲਕੁਲ ਸਹੀ ਗੱਲ ਅਗਰ ਬੱਕਰੀ ਦੀ ਮਤਵਾਦਨ ਗ਼ਜ਼ਾ ਪੂਰੀ ਕਰੇ ਨਾ ਹਾਂਜੀ। ਤੇ ਬੱਕਰੀ ਪਾਕਿਸਤਾਨ ਦੇ ਵਿੱਚ ਉਹਨੂੰ ਕੋਈ ਸ਼ਾਇਦ ਨਹੀਂ। ਬਿਲਕੁਲ ਬਿਲਕੁਲ ਆਹ ਨੂੰ ਅਗਰ ਥਿਊਰੀ ਦੇ ਮੁਤਾਬਕ ਲੈ ਕੇ ਚੱਲਾਂਗੇ ਨਾ ਜੀ ਹਾਂਜੀ। ਉਹ ਨਹੀਂ ਪੂਰੀ ਕਰ ਸਕਦੇ ਨਹੀਂ ਕਰ ਸਕਦਾ। ਬਸ ਬੱਕਰੀ ਫਾਰਮਿੰਗ ਦਾ ਇਹ ਹੈ ਹੀ ਜੀ। ਨਿਚੋੜ। ਮੈਂ ਇਹਦਾ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਨੀਚੇ ਦਾ ਉਹ ਖੁਸ਼ ਕੱਚਾ ਰੱਖਣਾ ਚਾਹੀਦਾ ਕਿ ਪੱਕਾ ਬਣਾਉਣਾ ਚਾਹੀਦਾ ਵਾ? ਕੱਚਾ ਕੱਚਾ ਬਣਾਉਣਾ ਚਾਹੀਦਾ ਵਾ। ਬੱਕਰੀ ਕੱਚੇ ਤੇ ਖੁਸ਼ ਰਹਿੰਦੀ। ਕੱਚੇ ਦੇ ਖੁਸ਼ ਰਹਿੰਦੇ ਤੁਸੀਂ ਦੇਖਣਾ ਹੈ ਹਾਂਜੀ ਇਹ ਤੇ ਹੁਣ ਫਿਰ ਦੋ ਚੀਜ਼ਾਂ ਹੋ ਜਾਣਗੀਆਂ। ਜੀ ਜੀ ਆਪਾਂ ਦੇਖਣਾ ਹੈ ਵੀ ਬੱਕਰੀ ਖੁਸ਼ ਕਿਵੇਂ ਰਹਿੰਦੀ। ਬੱਕਰੀ ਖੁਸ਼ ਕਰ ਦਿੰਦੇ ਠੀਕ ਹੈ। ਇਹ ਨਹੀਂ ਵੇਖਣਾ ਕਿ ਲੋਕ ਖੁਸ਼ ਕਿਵੇਂ ਰਹਿੰਦੇ। ਲੋਕ ਖੁਸ਼ ਕਰ ਦਿੰਦੇ ਹਾਂਜੀ ਇਹੀ ਤੇ ਐਸੇ ਲਈ ਤੇ ਤੁਹਾਡੇ ਕੋਲ ਹਾਂਜੀ ਮਸਲ ਕਿ ਤੁਸੀਂ ਹੁਣ ਅੱਜ ਤੁਸੀਂ ਮੇਰੇ ਕੋਲ ਆਏ ਹੋ, ਜੀ ਬਿਲਕੁਲ ਏਦਾਂ। ਤੁਸੀਂ ਹੁਣ ਕਾੜੇ ਚੋਂ ਆਏ ਹੋ। ਜੀ ਇਦਾਂ ਹੀ ਹੁਣ ਮੇਰੀ ਜਗ੍ਹਾ ਥੱਲੇ ਕੱਚੀ ਤੋਂ ਮੈਨੂੰ ਘਰੋਂ ਕੱਢ ਦੇਣਾ। ਨਹੀਂ ਬਿਲਕੁਲ ਬਿਲਕੁਲ ਅਗਰ ਤੁਸੀਂ ਫਾਰ ਐਗਜ਼ਾਮਪਲ ਜਾ ਕੇ ਕਹਿੰਦੇ ਹੋ ਭਾਈ ਨਸਾਰ ਭਾਈ ਦਾ ਸ਼ੈੱਡ ਨਹੀਂ ਠੀਕ ਲਿਆਦਾ ਕਾਹਦੀ ਫਾਰਮ ਮੇਰੀ ਸਿਹਤ ਕੀ ਅਸਰ। ਕੋਈ ਬਿਲਕੁਲ ਸਹੀ ਮੇਰੀ ਸਿਹਤ ਤੇ ਅਸਰ ਹੈ ਕਿ ਮੇਰੀ ਬੱਕਰੀਆਂ ਮੈਨੂੰ ਕੀ ਦੇ ਰਹੀਆਂ। ਬੱਕਰੀਆਂ ਕੀ ਹੈ ਮੇਰਾ ਕਾਰੋਬਾਰ ਬੱਕਰੀ ਫਾਰਮਿੰਗ ਤੁਹਾਡੇ ਨਾਲ ਦਿਖਾਈ ਨਹੀਂ। ਮੇਰੇ ਬਿਲਕੁਲ ਬਿਲਕੁਲ ਤੇ ਅਗਰ ਮੈਂ ਤੁਹਾਨੂੰ ਖੁਸ਼ ਕਰਨਾ ਜੀ ਤੇ ਸਰ ਫਿਰ ਬੱਕਰੀਆਂ ਕੁਝ ਨਹੀਂ ਦੇਣਾ। ਬੱਕਰੀਆਂ ਕੁਛ ਨਹੀਂ ਤੇ ਜੇ ਬੱਕਰੀਆਂ ਨੂੰ ਖੁਸ਼ ਕਰਨਾ ਤੇ ਤੁਹਾਡੀ ਮੈਨੂੰ ਪਰਵਾਹ ਨਹੀਂ ਹੈ। ਪਰਵਾਹ ਕੋਈ ਨਹੀਂ। ਸਹੀ ਬਾਤ ਸਹੀ। ਮਾਦਦ ਮੈਂ ਤੁਹਾਡੀ ਮਿਸਾਲ ਜੀ ਬਿਲਕੁਲ ਬਹੁਤ ਸਹੀ। ਅੱਛੀ ਗੱਲ ਹੈ ਜੀ। ਬੜੀ ਅੱਛੀ ਗੱਲ ਕਰ ਰਹੇ ਹੋ। ਬਿਲਕੁਲ ਇਹ ਸਮਝਾਉਣ ਦਾ ਬੜਾ ਅੱਛਾ ਤਰੀਕਾ ਹੈ ਹਾਂਜੀ ਬੱਕਰੀ ਕੱਚੇ ਤਰ੍ਹਾਂ ਰਵੇਗੀ ਖੁਸ਼ ਰਵੇਗੀ ਖੁਸ਼ ਬਿਲਕੁਲ। ਕੋਈ ਸਿਰਫ ਯਾਰ ਸਰਦੀਆਂ ਵਿੱਚ ਪੈਰ ਗਿੱਲਾ ਨਹੀਂ ਹੋਣਾ ਚਾਹੀਦਾ। ਕਦੇ ਪੈਰ ਗਿੱਲਾ ਜਗ੍ਹਾ ਖੁਸ਼ ਹੋਣੀ ਚਾਹੀਦੀ ਬੱਕਰੀ ਗਿੱਲੇ ਦੀ ਬੜੀ ਪੈੜੀ ਬਿਲਕੁਲ ਨਫੀਸ ਜਾਨਵਰ ਹੈ, ਸਾਫ ਸੁਥਰਾ ਜਾਨਵਰ ਹੈ। ਬਸ ਦੈਟਸ ਇਟ। ਅਗਰ ਜਿਵੇਂ ਜਿਵੇਂ ਤੁਸੀਂ ਰੱਖੋਗੇ ਤੁਹਾਨੂੰ ਸਮਝ ਆ ਜਾਏਗੀ ਵੀ ਇਹਨਾਂ ਨੂੰ ਹੁਣ ਕੀ ਕਰਨਾ ਹੈ, ਹੁਣ ਕੀ ਚਾਹੁੰਦੀਆਂ। ਠੀਕ ਠੀਕ ਜੀ ਤੁਹਾਡਾ ਮੈਂ ਹੁਣ ਸਾਰੇ ਉਹ ਸੁਣ ਤੋਂ ਇਹ ਰਿਜ਼ਲਟ ਕੱਢਿਆ ਹੈ ਕਿ ਸਾਨੂੰ ਥੋੜੇ ਤੋਂ ਸਟਾਰਟ ਕਰਨਾ ਚਾਹੀਦਾ। ਬਿਲਕੁਲ ਅਸੀਂ ਇਸ ਕੰਮ ਨੂੰ ਕੁਝ 6 ਮਹੀਨੇ ਥੋੜੇ ਪੈਸੇ ਨਾਲ ਸਟਾਰਟ ਕਰਕੇ ਸਮਝੀਏ ਅੱਛੇ ਤਰੀਕੇ ਨਾਲ ਫਿਰ ਇਹਦੇ ਚ ਇਨਵੈਸਟਮੈਂਟ ਅਸੀਂ ਵਧਾ ਸਕਦੇ ਤਾਂ ਹਾਂ। ਸਰ ਭਾਈ ਇਹ ਸੋਚਿਆ ਸੀ ਵੀ ਅਸੀਂ ਨਾ ਸੱਜਰ ਬੱਕਰੀਆਂ ਲੈ ਲਈਏ ਇੱਕ 5 ਸਾਲ ਬੱਚਿਆਂ ਤੋਂ ਬਗੈਰ। ਇੱਕ ਤਾਂ ਸਾਨੂੰ ਦੁੱਧ ਦੀ ਬਚਤ ਹੋ ਜਾਏਗੀ, ਅੱਛਾ ਦੂਸਰਾ ਵਿੱਚ ਫਿਰਦਾ ਹੋਏਗਾ ਬੱਕਰਾ ਆਪੇ ਬਣ ਜਾਣਗੇ। ਤੁਹਾਡਾ ਪ੍ਰੋਗਰਾਮ ਖਾਲੀ ਬੱਕਰੀਆਂ ਲੈਣ ਦਾ ਖਾਲੀ ਬੱਕਰੀਆਂ। ਤੇ ਠੀਕ ਹੈ। ਖਾਲੀ ਬੱਕਰੀਆਂ ਤੁਹਾਡੇ ਕੋਲ ਦੋ ਆਪਸ਼ਨ ਮੌਜੂਦ ਹੁੰਦੇ ਨੇ। ਜੀ ਨਵੇਂ ਬੰਦੇ ਨੂੰ ਪੱਠ ਤੇ ਨਹੀਂ ਲੈਣੀ ਚਾਹੀਦੀ, ਨਹੀਂ ਨਹੀਂ ਲੈਣੀ ਚਾਹੀਦੀ ਉਹ ਟਾਈਮ ਲੰਮਾ ਕਰਦੇ। ਜੀ ਜੀ ਅਗਰ ਲਵਾਂਗੇ ਆਪਾਂ ਫੰਡਰ ਬੱਕਰੀ ਜੀ ਉਹ ਆਪਾਂ ਨੂੰ ਕਦਰੇ ਸਸਤੀ ਮਿਲੇਗੀ, ਸਸਤੀ ਵੀ ਆਪਾਂ ਨੂੰ ਗੋਸ਼ਤ ਦੇ ਰੇਟ ਤੇ ਮਿਲ ਜੇਗੀ। ਉਹਨਾਂ ਸੰਭਾਲਣਾ ਪੈਣਾ। ਅੱਛਾ ਜਦੋਂ ਆਪਾਂ ਲਵਾਂਗੇ ਗੱਭਣ ਬੱਕਰੀ ਉਧਰੋਂ ਮਹਿੰਗੀ ਮਿਲੇਗੀ। ਉਹਨਾਂ ਅਗਰ ਆਪਾਂ ਬੱਚਿਆਂ ਵਾਲੀ ਲਾਂਗੇ ਤੇ ਫਿਰ ਡਬਲ ਮਿਲੇਗੀ। ਡਬਲ ਮਿਲੇਗੀ ਤੇ ਬੱਚਿਆਂ ਤੋਂ ਬਗੈਰ ਲਈਏ ਤਾਂ ਬੱਚਿਆਂ ਨੂੰ ਬਗੈਰ ਲਈ ਤੇ ਗੋਸ਼ਤ ਦੇ ਭਾਅ ਮਿਲ ਜੇਗੀ। ਹਾਂ ਤਾਜ਼ਾ ਸੱਜਰ ਹੋ ਗਏ, ਬਿਲਕੁਲ ਸਹੀ ਬੱਚਿਆਂ ਤੋਂ ਬਗੈਰ ਲੈ ਲਈਏ ਬਿਲਕੁਲ ਹਾਂ ਉਹ ਦੁੱਧ ਦਾ ਵੀ ਤੁਹਾਡਾ ਸਰ ਜਾਏਗਾ। ਅੱਛਾ ਨਿਸਾਰ ਭਾਈ ਇੱਕ ਹੋਰ ਇੱਥੇ ਚਲੋ ਇਹ ਸਵਾਲ ਹੈ ਕਿ ਆ ਅਕਸਰ YouTube ਤੇ ਜਾਂ ਡੇਰਾ ਗਾਜ਼ੀ ਖਾਂ ਬੜੇ ਬੜੇ ਮਸਲੇ ਕਿਉਂ ਦਿਖਾਉਂਦੇ ਨੇ ਕਿ ਬੱਕਰੀ ਆਪਾਂ ਨੂੰ ਆਪਣੇ ਇਲਾਕੇ ਦੀ ਲੈਣੀ ਚਾਹੀਦੀ ਆ ਮਕਾਮੀ ਲੈਣੀ ਚਾਹੀਦੀ ਆ ਇਹਦੇ ਮੁਤਲਕ ਦੱਸੋ। ਉਹਦੀ ਬੜੀਆਂ ਬੜੀਆਂ ਸਸਤੀਆਂ ਲਾਟਾਂ ਬਖੈਰ ਮੈਂ ਦੇਖੀਆਂ ਤੇ ਨਹੀਂ YouTube ਤੇ ਵੀਡੀਓ ਵਗੈਰਾ ਹੀ ਦੇਖੀਆਂ ਨੇ। ਇਹਦੇ ਮੁਤਲਕ ਤੁਸੀਂ ਕੀ ਕਹਿੰਦੇ ਜੋ ਤੁਹਾਡਾ ਐਕਸਪੀਰੀਅੰਸ ਹੈ? ਬੱਕਰੀ ਜਿਹੜੀ ਹੈ ਜੀ ਆਪਣੇ ਇਲਾਕੇ ਦੀ ਲੈਣੀ ਚਾਹੀਦੀ, ਠੀਕ ਹੈ ਮਕਾਮੀ ਲੈਣੀ ਚਾਹੀਦੀ, ਮਕਾਮੀ ਲੈਣੀ ਨਵੇਂ ਬੰਦੇ ਨੂੰ ਖਾਸ ਤੌਰ ਜੀ ਠੀਕ ਹੈ ਅਗਰ ਮੈਂ ਆਲਰੇਡੀ ਕੰਮ ਕਰ ਰਿਹਾ ਮੈਂ ਜਿਹੜੀ ਮਰਜ਼ੀ ਲੈਵਾਂ ਮੈਂ ਉਹਦੇ ਨਾਲ ਕੁਝ ਨਾ ਕੋਈ ਡੰਗ ਟਪਾ ਲਾਵਾਂ। ਟਪਾ ਲਓ, ਠੀਕ ਨਵੇਂ ਬੰਦੇ ਨੂੰ ਸਮਝ ਨਹੀਂ, ਜਿੰਨੀ ਦੇਰ ਸਮਝ ਆਉਣੀ ਉਨੀ ਦੇਰ 'ਚ ਕੰਮ ਰਾਈਟ ਪੈ ਜਾਣਾ। ਉਹ ਮਕਾਮੀ ਬੱਕਰੀ ਲੈ ਲਵੇ। ਹਾਂ ਜਿਹੜੀਆਂ ਇਹ ਮੱਖੀ ਚੀਨੀ ਤੇ ਆਪਣੀ ਸਾਹੀਵਾਲ ਡੱਬੀ ਹਾਂਜੀ ਹਾਂਜੀ ਇਹ ਤਕਰੀਬਨ ਜਿੱਥੇ ਮਰਜ਼ੀ ਲੈ ਜਾਓ ਇਹ ਚੱਲ ਜਾਂਦੀ। ਇਹ ਚੱਲ ਜੀ ਤਾਂ ਭਾਈ ਤੁਸੀਂ ਕੋਈ ਸਵਾਲ ਕਰਨਾ ਚਾਹੋ ਨਿਸਾਰ ਭਾਈ ਤੋਂ? ਸਵਾਲ ਸਰ ਭਾਈ ਨੂੰ ਇਹੀ ਪੁੱਛਣਾ ਸੀ ਵੀ ਸਾਡਾ ਤਾਂ ਇਹੀ ਇਰਾਦਾ ਸੀ ਜੀ ਅਸੀਂ ਨਾ ਬੱਚਿਆਂ ਤੋਂ ਬਗੈਰ ਲੈ ਲਈਏ ਸੱਜਰ ਬੱਕਰੀ ਖਾਲੀ ਬੱਕਰੀ ਹੈ ਫੰਡਰ ਫੰਡਰ ਪੰਜਾਬੀ ਜਿੱਥੋਂ ਹਾਂਜੀ ਵਿੱਚ ਬੱਕਰਾ ਛੱਡ ਦਿਆਂਗੇ, ਬਿਹਤਰੀਨ ਹੈ। ਬੱਕਰੀਆਂ ਦਰਮਿਆਨੀਆਂ ਲੈ ਲਓ, ਦਰਮਿਆਨੀਆਂ ਲੈ ਲਈਏ, ਬੱਕਰਾ ਚੰਗਾ ਲੈ ਲਓ। ਚੰਗਾ ਲੈ ਲਈਏ। ਹਾਂਜੀ
ਮਤਲਬ ਕਿ ਅਗਰ ਤੁਸੀਂ ਬੱਕਰੀ ਲੈਣੀ ਹੈ, ਬੱਕਰੀ ਆਪਾਂ ਨੂੰ ਮਿਲੇਗੀ 50,000 ਦੀ ਮਿਸਾਲ ਦੇ ਦੇ, ਹਾਂਜੀ ਤੇ ਬੱਕਰਾ ਕਮ ਸੇ ਕਮ 1.5 ਲੱਖ ਵਾਲਾ ਲੈ 1.5 ਲੱਖ ਵਾਲਾ ਬਈ ਚੰਗਾ ਹੋਵੇ। ਬਿਲਕੁਲ ਉਹ ਕ੍ਰਾਸ ਕਰੇਗਾ। ਤੇ ਹੁਣ ਮੌਸਮ ਹੈ, ਹੁਣ ਮੌਸਮ ਹੁਣ ਮੌਸਮ ਜਗ੍ਹਾ ਤੁਹਾਡੇ ਕੋਲ ਮੌਜੂਦ ਹੈ, ਅਗਰ ਉਹ ਚਾਰੇ ਦਾ ਬੰਦੋਬਸਤ ਹੋ ਸਕਦਾ ਹੈ ਅਰਜੈਂਟਲੀ, ਜਾਂ ਤੁਸੀਂ ਆਲਰੇਡੀ ਬੱਕਰੀ ਫਾਰਮਿੰਗ ਕਰ ਰਹੇ ਹੋ, ਹਾਂਜੀ ਤੁਸੀਂ ਕਿਵੇਂ ਅੱਗੇ ਕਰ ਰਹੇ ਹੋ? ਮੈਂ ਹਾਂ, ਕੀ ਪਾਉਂਦੇ ਹੋ ਬੱਕਰੀਆਂ? ਮੈਂ ਤਾਂ ਜੋ ਕੁਛ ਲੱਭੇ ਪਾ ਲਈ ਇਹ ਸਬਜ਼ੇ ਤੇ ਇਹਨਾਂ ਦੀ ਮੈਂ ਟੋਟਲ ਸਬਜ਼ਾ ਬਸ ਤੁਸੀਂ ਵੀ ਜੋ ਲੱਭਣਾ ਉਹ ਪਾਣਾ। ਗਾਜਰਾਂ ਦਾ ਫੋਕ ਪਾ ਦਈਦਾ, ਹਾਂ। ਮਾਲਟਿਆਂ ਦੇ ਛਿਲਕੇ, ਸਬਜ਼ ਚਾਰਾ, ਬਰਸੀ। ਮੈਂ ਕਹਿੰਦਾ ਜੋ ਤੁਹਾਨੂੰ ਲੱਭਦਾ ਪਾਉਂਦੇ ਹੋ ਨਾ, ਹਾਂਜੀ ਇਹ ਆਪਣਾ ਜੋ ਤੁਸੀਂ ਵੀ ਜੋ ਲੱਭਣਾ ਉਹੀ ਪਾਣਾ। ਜੀ ਠੀਕ ਇਹ ਦੂਆ ਤਕੱਲਾ ਵਿੱਚ ਤੇ ਗੱਲਾਂ ਸ਼ੁਰੂ ਕਰ ਉਹ ਅੱਗੋਂ ਗੁਜਾਇਸ਼ ਦੀ ਗੱਲ ਹੈ ਨਾ, ਜੀ ਹੁਣ ਬਿਲਕੁਲ ਮੇਰੀਆਂ ਤਾਂ ਸੂਣ ਨਹੀਂ ਵਾਲੀਆਂ ਉਹ ਗੁੰਜਾਇਸ਼ ਹੋਵੇ ਵੀ ਨਾ ਜੀ, ਫਿਰ ਅਸੀਂ ਉਹ ਸਾਨੂੰ ਮਿਲਣਾ ਕੋਈ ਨਹੀਂ, ਅਸੀਂ ਬਿਜ਼ਨਸ ਕਰਨਾ, ਅਸੀਂ ਉਹ ਇੱਕ ਅੱਧੀ ਬੱਕਰੀ ਸ਼ੌਕੀਆ ਨਹੀਂ ਰੱਖਣੀ। ਹਾਂਜੀ ਸ਼ੌਕ ਨਾਲ ਰੱਖਣਾ ਹੋਰ ਚੀਜ਼ ਹੈ ਭੈਣ ਜੀ, ਸ਼ੌਕ ਨਹੀਂ ਬਿਜ਼ਨਸ ਨੂੰ ਲੈ ਕੇ ਉਸ ਪੁਆਇੰਟ ਨਾਲ ਅਸੀਂ ਇਹਨੂੰ ਦੇਖਣਾ ਹੈ ਜੀ। ਕਿ ਇਹਦਾ ਖਰਚਾ ਘੱਟ ਤੋਂ ਘੱਟ ਜੋ ਤੁਸੀਂ ਮਸ਼ਵਰਾ ਦਿੱਤਾ ਗੱਲ ਭਾਈ ਨੇ ਬਹੁਤ ਅੱਛੀ ਜੀ ਕੀਤੀ ਹੈ। ਬਿਲਕੁਲ ਹਾਂਜੀ ਉਹਨਾਂ ਕਹਾ ਜੀ ਇਹਦਾ ਢਿੱਡ ਭਰਨਾ ਚਾਹੀਦਾ, ਬਿਲਕੁਲ ਜੇ ਸਹੀ- ਮਰਦੀ ਪਰ ਆਲੂਆਂ ਦੀਆਂ ਵੱਲਾਂ ਪਾ ਦਿਓ ਚਾਹੇ, ਸਹੀ ਗੱਲ ਹੈ, ਇਹ ਰੱਜਣੀ ਚਾਹੀਦੀ ਬੱਕਰੀ, ਰਜਣੀ ਚਾਹੀਦੀ ਰਾਈਟ ਬਿਲਕੁਲ ਗੋਸ਼ਤ ਇਹਦਾ ਉਸੇ ਰੇਟ ਤੇ ਵਿਕਣਾ। ਜੀ ਠੀਕ ਹੈ। ਜੀ ਹੁਣ ਅਸੀਂ ਇਹ ਵੀ ਦੇਖਣਾ ਨਾ ਜੀ ਨਿਸਾਰ ਭਾਈ ਕਿ ਅਸੀਂ ਸਿਟੀ 'ਚ ਰਹਿੰਦੇ ਆ ਜੀ। ਕਿ ਸਾਡੇ ਲਈ ਚਾਰਾ ਆਸਾਨੀ ਨਾਲ ਅਵੇਲੇਬਲ ਹੋਵੇ, ਔਰ ਅਸੀਂ ਮਸਲ ਕਿ ਚਾਹੁੰਦੇ ਆ ਕਿ ਅਸੀਂ ਚਾਰਾ 2-4 ਮਹੀਨੇ ਦਾ ਸਟਾਕ ਇਕੱਠਾ ਕਰ ਦਈਏ ਕਿ ਸਾਨੂੰ ਬਾਰ-ਬਾਰ ਪਰੇਸ਼ਾਨੀ ਨਾ ਹੋਵੇ। ਅਗਰ ਅਸੀਂ ਖੁਸ਼ਕ ਚਾਰਾ ਕਰਨੇ ਆ ਤੇ ਉਹ ਕਿਆ ਅਸੀਂ ਰੱਖ ਸਕਨੇ 2-4 ਮਹੀਨੇ 6 ਮਹੀਨੇ 2 ਸਾਲ ਪਿਆਰ ਹੋਵੇ। ਅੱਛਾ, ਤੁਸੀਂ ਉਹਦਾ ਕੋਈ ਕੋਈ ਇਸ਼ੂ ਨਹੀਂ ਹੁੰਦਾ। ਤੁਸੀਂ ਉਕਾੜੇ ਸਿਟੀ ਰਹਿੰਦੇ, ਹਾਂਜੀ ਹਾਂਜੀ ਉਕਾੜਾ ਸਬਜ਼ੀਆਂ ਦਾ ਸ਼ਹਿਰ ਹੈ, ਜੀ ਬਿਲਕੁਲ ਸਬਜ਼ੀਆਂ ਦਾ ਸ਼ਹਿਰ ਹੈ, ਤੁਹਾਡੇ ਵਾਸਤੇ ਮੁਸ਼ਕਿਲ ਹੀ ਨਹੀਂ ਹੈ। ਮੁਸ਼ਕਲ ਹੀ ਨਹੀਂ ਹੈ। ਠੀਕ ਹੈ ਤੁਸੀਂ ਜਿਸ ਤਰ੍ਹਾਂ ਮੇਰੇ ਕੋਲ ਆਏ ਹੋ 200 ਕਿਲੋਮੀਟਰ ਸਫ਼ਰ ਕਰਕੇ, ਜੀ ਜੀ ਤੁਸੀਂ 2-3 ਵਾਰੀ ਮੋਟਰਸਾਈਕਲ ਲੈ ਕੇ ਨਿਕਲੋ ਬਾਹਰ, ਠੀਕ ਹੈ ਜਿੱਥੇ ਸਬਜ਼ੀਆਂ ਲੱਗ ਰਹੀਆਂ ਨੇ। ਹਾਂਜੀ ਸਬਜ਼ੀ ਨਾ ਜਿਹੜਾ ਫਾਰ ਐਗਜ਼ਾਮਪਲ ਇੱਕ ਏਕੜ ਹੈ ਨਾ, ਹਾਂਜੀ ਹਾਂਜੀ ਉਹ ਜੋ ਸਬਜ਼ੀ ਤੋੜ ਲਈ ਜਾਂਦੀ ਹੈ, ਹਾਂਜੀ। ਪਿੱਛੋਂ ਤੁਹਾਨੂੰ 2-4 ਜਾਂ 5,000 ਦਾ ਕਿੱਲਾ ਲੱਭ ਜਾਣਾ ਅੱਛਾ ਅੱਛਾ ਸਬਜ਼, ਸਬਰ ਔਰ ਉਹ ਤਾਂ ਜਾਨ ਛਡਾਉਂਦੇ ਨੇ, ਸਾਡੀ ਨੂੰ ਕੋਈ ਜਾਨ ਛਡਾਏ ਜਾਨ ਚੜਾਏ ਜਾਂ ਕਹਿੰਦੇ ਨੇ ਭਾਈ ਵੀ ਜੋ ਫਲ ਖੋਹ ਕੇ ਦੇ ਜਾਓ ਜੀ ਜੀ ਤੇ ਜਿਹੜਾ ਆਪਣਾ ਪੱਠੇ ਨੂੰ ਲੈ ਜਾਓ। ਪੱਠੇ ਲੈ ਲਓ ਤੁਸੀਂ। ਔਰ ਮੈਂ ਐਕਸਪੀਰੀਅੰਸ ਦੇ ਕੇ ਆਇਆ, ਮੈਲਸੀ ਮੈਂ 2-4 ਦਿਨ ਪਹਿਲੇ ਗਿਆ ਸਾਂ। ਅੱਛਾ 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 ਉਹ ਇੱਕ ਮੋਂਗਰੇ ਦੀ ਫਸਲ ਹੁੰਦੀ, ਹਾਂਜੀ ਆਪਾਂ ਸਬਜ਼ੀ ਖਾਂਦੇ ਆ ਮੋਂਗਰੇ ਜੀ ਦੀ, ਬਿਲਕੁਲ ਖਾਣੇ ਉਹਦਾ ਜਿਹੜਾ ਹੁੰਦਾ ਨਾ ਪੌਦਾ, ਉਹ ਤਕਰੀਬਨ ਐਡਾ ਐਡਾ ਹੋ ਜਾਂਦਾ ਜੀ ਇਹ ਹੋ ਜਾਂਦਾ ਸਭ। ਬਿਲਕੁਲ ਉਹਨੇ ਕਿਹਾ ਜੀ ਮੈਂ 5,000 ਦਾ ਕਿੱਲਾ ਲਿਆ, ਜੀ 5,000 ਦਾ ਕਿੱਲਾ। ਸ਼ਾਮ ਨੂੰ ਉਹਨੇ ਬੱਕਰੀਆਂ ਦਾ ਢੇਰ ਲਾਇਆ, ਬੱਕਰੀਆਂ ਖਾ ਰਹੀਆਂ ਸਨ। ਜਦੋਂ ਤੁਸੀਂ ਫੀਲਡ ਵਿੱਚ ਵੜੋਗੇ ਹਾਂ ਤੁਹਾਨੂੰ ਸਮਝ ਆ ਜਾਏਗੀ। ਸਮਝ ਤੁਸੀਂ ਇੱਕ ਬੰਦਾ ਰੱਖੋਗੇ ਜਿਹਨੂੰ ਤੁਸੀਂ 10-15,000 ਰੁਪਇਆ ਤਨਖਾਹ ਦਿਓਗੇ। ਹਾਂਜੀ ਬਿਲਕੁਲ ਇਦਾਂ ਹੀ ਤੁਸੀਂ ਅਗਰ ਤੁਹਾਨੂੰ ਸਮਝ ਆਈ ਵੀ ਇੱਥੋਂ 2 ਕਿਲੋਮੀਟਰ 4 ਕਿਲੋਮੀਟਰ ਬਾਹਰ ਅਗਾ ਸਬਜ਼ਾ ਚਾਰਾ ਮਿਲ ਜਾਂਦਾ ਹੈ, ਹਾਂਜੀ। ਉਹਨੂੰ ਇੱਕ ਮੋਟਰਸਾਈਕਲ ਲੈ ਕੇ ਦਿਓ ਪੁਰਾਣੀ ਜੀ, ਠੀਕ ਬਿਲਕੁਲ ਪਿੱਛੇ ਉਹਨੂੰ ਰੇੜੀ ਬੰਨ ਦਿਓ। ਪਿੱਛੇ ਰੇੜੀ ਬਲਕਿ ਮੇਰੀ ਰੇੜੀ ਹੈ ਕੋਈ, ਮੈਂ ਤੁਹਾਨੂੰ ਵਹਾਣੀ ਸੀ, ਹਾਂ ਮੋਟਰਸਾਈਕਲ ਦੇ ਪਿੱਛੇ ਰੇੜੀ ਹੈ। ਇਹ ਲੋਡਰ ਰਕਸ਼ਾ ਲੈ ਦਈਏ ਲੋਡਰ ਰਕਸ਼ਾ ਲੋਟਰ ਥੋੜਾ ਮਹਿੰਗਾ ਪੈਂਦਾ ਹੈ, ਅੱਛਾ। ਚਾਈਨਾ ਦਾ ਮੋਟਰਸਾਈਕਲ 10-15,000 ਦਾ ਲੈ ਲਓ, ਜੀ ਠੀਕ ਤੇ ਪਿੱਛੇ ਰੇੜੀ ਲਾ ਪਿੱਛੇ ਆਮ ਰੇੜੀ ਦੇ ਬੰਬੂ ਛੋਟੇ ਘਰਾਂ ਦੇ ਵਿੱਚ ਬੰਨ੍ਹ ਦਿਓ। ਵਿੱਚ ਕਿ ਈਦ ਨਜ਼ਦੀਕ ਆ ਰਹੀ ਆ ਵੱਡੀ ਈਦ ਜੀ ਤੇ ਬੱਕਰੀਆਂ ਦੇ ਮੁਤਲਕ ਹੁਣ ਅਗਰ ਮਿਸਾਲ ਦੇ ਤੌਰ ਤੇ ਅਸੀਂ ਜਿੱਦਾਂ ਤੁਸੀਂ ਮਸ਼ਵਰਾ ਦਿੱਤਾ ਕਿ 5 ਲੱਖ ਨਾਲ ਅਸੀਂ ਇਨਵੈਸਟਮੈਂਟ ਕਰ ਲਈਏ ਬੱਕਰੀਆਂ ਦਾ, ਅਸੀਂ ਕਿਹਾ ਬੱਕਰੇ ਕੋ ਨਾਲ 5 ਲੱਖ ਦੇ ਨਾਲ ਲੈ ਕੇ ਤੇ ਵੱਡੀ ਤੱਕ ਉਹ ਕੋਈ ਨਫਾ ਬਖਸ਼ ਹੋ ਸਕਦੇ ਨੇ ਜੀ? ਤੇ ਹੁਣ ਉਹ ਟਾਈਮ ਨਹੀਂ ਹੈ, ਹੋ ਸਕਦੇ ਨੇ, ਕੋਈ ਮਸਲਾ ਨਹੀਂ। ਹੋ ਸਕਦੇ ਨੇ ਇਹ ਵੀਡੀਓ ਥੋੜੀ ਜਿਹੀ ਲੰਮੀ ਮੇਰੇ ਖਿਆਲ 'ਚ ਤੇ ਹੋ ਰਹੀ ਹਾਂਜੀ, ਹੈ, ਹਾਂਜੀ। ਮਗਰ ਜਿਹੜਾ ਬੱਕਰੀ ਫਾਰਮਿੰਗ ਦਾ ਸਾਰਾ ਰੋਡ ਮੈਪ ਹੈ ਨਾ, ਹਾਂਜੀ। ਮੇਰੇ ਖਿਆਲ 'ਚ ਅੱਜ ਕਲੀਅਰ ਹੋ ਜਾਏਗਾ। ਅੱਜ ਕਲੀਅਰ ਹੋ ਗਿਆ ਬਿਲਕੁਲ ਏਦਾਂ ਹੀ। ਜਿਹੜਾ ਨਾ ਬੱਕਰਾ ਜੀ ਜੀ ਬੱਕਰਾ ਤੁਹਾਨੂੰ ਤੁਸੀਂ ਚਾਹੇ ਸਾਲ ਰੱਖ ਲਓ, ਅੱਛਾ ਜੀ 6 ਮਹੀਨੇ ਰੱਖ ਲਓ, ਠੀਕ ਹੈ ਤੁਹਾਨੂੰ ਤਕਰੀਬਨ 15 ਤੋਂ 20,000 ਰੁਪਇਆ ਫੀ ਜਾਨਵਰ ਮੁਨਾਫਾ ਦੇ ਸਕਦਾ, ਮੁਨਾਫਾ ਦੇ ਸਕਦੇ ਕਿਉਂਕਿ ਉਹਦਾ ਅਖਰਾਜਾਤ ਜ਼ਿਆਦਾ ਹੁੰਦੇ ਨੇ। ਠੀਕ ਹੈ ਇਹ ਹੁੰਦਾ ਥੋੜਾ ਜਿਹਾ ਐਕਸਪੀਰੀਅੰਸ ਬੰਦੇ ਦਾ ਚੰਗਾ ਹੋ ਜਾਂਦਾ ਹੈ ਹਾਂ। ਬੱਕਰੇ ਤੇ। ਬੱਕਰੇ ਤੇ। ਬੱਕਰਾ 15-20,000 ਤੋਂ ਉੱਤੇ ਰੋਜ਼ੀ ਨਹੀਂ ਮੇਰੇ ਹਿਸਾਬ ਨਾਲ ਤਾਂ ਨਹੀਂ ਜਾਂਦਾ। ਜੀ ਅਗਰ ਤੁਸੀਂ ਕੁਆਂਟੀਟੀ ਜ਼ਿਆਦਾ ਨੇ ਤਾਂ 15-20 ਹਜ਼ਾਰ ਵੀ ਬਹੁਤ ਹੈ ਬਹੁਤ ਹੈ। ਇਹ ਕਾਰ ਬਿਜ਼ਨਸਮੈਨ ਅਗਰ ਇਸ ਗੱਲ ਨੂੰ ਸਮਝੇ ਨਾ ਹਾਂਜੀ, ਜੀ, ਹਾਂਜੀ। ਮੈਂ ਤੇ ਕਹਿੰਦਾ ਕਿ ਅਗਰ ਤੁਹਾਡੇ ਕੋਲ ਤਦਾਦ ਜ਼ਿਆਦਾ ਵਾ 5000 ਵੀ ਅਗਰ ਫੀ ਚੀਜ਼ ਪ੍ਰੋਫਿਟ ਹੈ ਨਾ ਜੀ, ਜੀ ਤੁਸੀਂ ਉਹ ਰੈਗੂਲਰ ਕੰਮ ਕਰ ਰਹੇ ਜੀ ਤੇ ਉਹ ਤੁਹਾਡਾ ਨਫਾ ਲੱਖਾਂ 'ਚ ਜਾ ਸਕਦਾ ਵਾ। ਬਿਲਕੁਲ ਲੇਕਿਨ ਕੋਈ ਤੁਹਾਡੇ ਕਰੀਬ ਹੈ ਨਾ ਜੀ, ਜੀ। ਉਹ ਤੁਹਾਨੂੰ ਮਸ਼ਵਰਾ ਅੱਛਾ ਨਹੀਂ ਦੇਗਾ। ਮੈਨੂੰ 25 ਸਾਲ ਹੋ ਗਏ ਆ, ਮੈਂ ਗੱਲ ਸੁਣਾ ਰਿਹਾ ਸੀ, ਮੇਰੇ ਕੋਲ ਕੋਈ ਮਸ਼ਵਰਾ ਲੈਣ ਆਇਆ ਨਾ ਜੀ, ਜੀ ਮੈਂ ਉਹਨਾਂ ਨੂੰ ਹਮੇਸ਼ਾ ਮਸ਼ਵਰਾ ਦਿੰਦਾ ਕਿ ਯਾਰ ਤੁਸੀਂ ਪੈਸੇ ਇਨਵੈਸਟ ਕਰਨ ਤੋਂ ਪਹਿਲੇ ਆਪਣੇ ਬੱਚੇ ਨੂੰ 6 ਮਹੀਨੇ ਮੇਰੇ ਕੋਲ ਲਵਾ ਲਓ, ਜੀ ਫਿਰ ਭਾਵੇਂ ਤੁਸੀਂ 10 ਕਰੋੜ ਇਨਵੈਸਟਮੈਂਟ ਕਰਾ ਦਿਓ। ਆ ਤੁਹਾਡੀ ਆਪਣੀ ਮਰਜ਼ੀ ਹੈ। ਮੈਂ ਕਦੀ ਇਹ ਨਹੀਂ ਡਰਾਇਆ ਨਹੀਂ ਕਦੀ ਕਿਸੇ ਹਾਂਜੀ ਨੂੰ ਵੀ ਨਾ ਕਰਿਓ। ਨਾ, ਹਾਂ ਇਹ ਫੈਸਲਾ ਤੁਸੀਂ ਖੁਦ ਕਰਨਾ ਹੈ 6 ਮਹੀਨੇ ਬਾਅਦ। ਜੀ, ਜੀ। ਆਪਣੇ ਬੱਚੇ ਕੋ ਪੁੱਛੋ। ਔਰ ਮੈਂ ਇਸੇ ਤਰ੍ਹਾਂ ਸਾਈਵਾਲ 'ਚ ਵੀ ਇੱਕ ਬ੍ਰਾਂਚ ਬਣਾਈ ਸੀ, ਅੱਛਾ ਜੀ ਇਸੇ ਤਰ੍ਹਾਂ ਉਕਾੜੇ 'ਚ ਤਕਰੀਬਨ ਮੈਂ ਕੋਈ 5 ਤੋਂ 6 ਬ੍ਰਾਂਚਾਂ ਜਿਹੜੀਆਂ ਮੇਰੀ ਜ਼ਾਤੀ ਉਹ 3 ਨੇ, ਜੀ। ਬਾਕੀ ਮੈਂ ਅੱਗੇ ਲੇਕਿਨ ਮੇਰੀ ਸ਼ਰਤ ਇਹੀ ਰਹੀ ਆ ਕਿ ਪਹਿਲੇ ਮੇਰੇ ਕੋਲ ਕੰਮ ਕਰੋ, ਜੀ ਇਹਨੂੰ ਸਿੱਖ ਲਵੋ, ਸਿੱਖ ਲਓ। ਇਹਦੇ 'ਚ ਦੇਖ ਲਓ ਨਫਾ ਕੀ ਆ ਨੁਕਸਾਨ ਕੀ ਆ, ਫਿਰ ਆਪਣੇ ਵਾਲਦੈਨ ਦਾ ਇਨਵੈਸਟਮੈਂਟ ਫਿਰ ਕਰੋ। ਬਿਲਕੁਲ ਇਸ ਤਰ੍ਹਾਂ ਹੀ। ਤੇ ਇਹ ਮੇਰੇ ਖਿਆਲ ਦੇ ਵਿੱਚ ਇਹ ਇੱਕ ਬੜਾ ਅੱਛਾ ਔਰ ਅੱਛਾ ਇਹ ਬੇਟਾ ਜੀ ਤੁਹਾਡਾ
ਇਹ ਭਤੀਜਾ ਭਤੀਜਾ ਮਾਸ਼ਾਅੱਲਾ। ਮੇਰੀ ਬੇਟੀ ਹੈ ਤੇ ਉਹਦੀ ਤਬੀਅਤ ਥੋੜੀ ਖਰਾਬ। ਅੱਛਾ ਭੈਣ, ਆਓ ਇਹ ਫਿਨਿਸ਼ ਕਰਨਾ। ਤੁਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੋ ਸਿੱਖਦੇ ਨਹੀਂ ਨਾ, ਹਾਂਜੀ ਹਾਂਜੀ, ਉਹ ਉਹਦਾ ਫਿਰ ਕੋਈ ਫਾਇਦਾ ਉਹਦਾ ਕੋਈ ਫਾਇਦਾ। ਸਾਹਿਬ ਭਾਈ ਮੈਂ ਪੁੱਛਣਾ ਚਾਹੁੰਦਾ ਸੀ ਕਿ ਜਾਨਵਰ ਤੇ ਆਪਾਂ ਚਲੋ ਸ਼ੌਕ ਨਾਲ ਰੱਖ ਲੈਂਦੇ ਆ, ਇਨਵੈਸਟਮੈਂਟ ਕਰ ਦਿੰਦੇ ਆ, ਇਹਦੀ ਮੈਡੀਕਲ ਦੇ ਹਵਾਲੇ ਨਾਲ ਤੁਸੀਂ ਜਿਹੜੀ ਆ ਵੈਕਸੀਨ ਵਗੈਰਾ ਇਹਦੀ ਕਰਵਾਉਂਦੇ ਆ, ਉਹ ਤੁਸੀਂ ਕੀ ਕਹਿੰਦੇ ਜੋ ਕਿ ਡਾਕਟਰ ਪ੍ਰੋਪਰ ਤਰੀਕੇ ਨਾਲ ਰੱਖਣਾ ਚਾਹੀਦਾ, ਇਹਨੂੰ ਮਹੀਨੇ ਬਾਅਦ ਚੈੱਕਅਪ ਕਰੇ, ਇਹ ਤੁਹਾਡਾ ਐਕਸਪੀਰੀਅੰਸ ਕੀ ਹੈਗਾ? ਇਹ ਜਿਹੜੀ ਹੈ ਨਾ ਆਪਣਾ ਸ਼ਫੀਕ ਭਾਈ ਮੈਡੀਕੇਸ਼ਨ, ਹਾਂਜੀ ਉਹ ਤੁਸੀਂ ਗੱਲ ਰੇਂਜ ਰੱਖਣੀ ਹੈ। ਸਾਡੇ ਅਕਸਰ ਦੋਸਤ ਜੀ ਕਰਦੇ ਨੇ, ਜੀ ਜੀ, ਉਹ ਖੁਸ਼ ਹੋ ਕੇ ਟੀਕੇ ਲਾਉਂਦੇ ਨੇ ਠੀਕ ਹੈ ਬੱਕਰੀਆਂ ਨੂੰ। ਜੀ ਠੀਕ, ਮਤਲਬ ਕਿ ਮੈਂ ਦਵਾਈ ਲੈਣ ਗਿਆ ਸਾਂ, ਮੈਂ ਟੀਕਾ ਲੈ ਗਿਆ, ਮੈਂ ਟੀਕਾ ਲਾਇਆ, ਮਤਲਬ ਕਿ ਉਹ ਨਾ ਖੁਸ਼ ਹੋ ਕੇ ਜੀ ਜੀ ਦਵਾਈ ਬੱਕਰੀ ਨੂੰ ਉਦੋਂ ਦੇਣੀ ਜਦੋਂ ਤੁਸੀਂ ਫਸੇ ਹੋ, ਠੀਕ, ਸਹੀ, ਜਦੋਂ ਆਖਰੀ ਹੱਲ ਹੁੰਦਾ ਨਾ, ਮਤਲਬ ਕੋਣੇ ਦਾ ਕੋਈ ਹੱਲ ਹੱਲ ਨਹੀਂ, ਕੋਈ ਤੇ ਫਿਰ ਬੱਕਰੀ ਦੀ ਮੈਡੀਕੇਸ਼ਨ ਕਰੀਦੀ। ਐਵੇਂ ਸ਼ੌਕ ਨਾਲ ਦਵਾਈਆਂ ਨਹੀਂ ਦੇ, ਬਈ ਦੇ ਤੇਰੇ ਦੀ ਆਪਾਂ ਟੀਕੇ ਲਿਆ ਅੱਗਾ ਪਿੱਛੇ, ਉਹ ਜਦੋਂ ਤੁਸੀਂ ਕੁਝ ਚਾਹੁੰਦੇ ਹੋ ਰੱਖੋਗੇ, ਹਾਂਜੀ ਕਿਸੇ ਦੋਸਤ ਨਾਲ ਰਾਬਤੇ 'ਚ ਰਹੋਗੇ, ਜੀ। ਉਹ ਆਪ ਹੀ ਬੰਦੇ ਨੂੰ ਸਮਝ ਆ ਜਾਂਦੀ ਹੈ। ਠੀਕ। ਪਿੱਛੇ ਰਹਿ ਗਈ ਜਿਹੜੀ ਆਪਣਾ ਇਹਦੀ ਵੈਕਸੀਨੇਸ਼ਨ, ਹਾਂਜੀ ਉਹ ਪ੍ਰਾਪਤ ਤਕਰੀਬਨ 3 ਹੀ ਵੈਕਸੀਨਾਂ ਜਿਹੜੀਆਂ ਦੀਆਂ ਮੇਨ ਨੇ, ਜੀ ਠੀਕ ਹੈ, ਪੀਪੀਆਰ ਦੀ, ਪੀਪੀਆਰ, ਟੀਟੀਵੀ TTV ਤੇ ਨਮੂਨੀਆ ਦੀ। ਨਮੂਨੇ, ਉਹ ਤੇ ਤਿੰਨੇ ਹੀ ਜਿਹੜੀਆਂ ਵੈਕਸੀਨਾਂ ਨੇ ਸਰਕਾਰੀ ਤੁਹਾਨੂੰ ਫ੍ਰੀ 'ਚ ਅਵੇਲੇਬਲ ਹੋ ਜਾਂਦੀਆਂ। ਠੀਕ ਠੀਕ, ਤੇ ਕਿਸੇ ਇੱਕ ਐਸੇ ਡਾਕਟਰ ਨਾਲ ਰਾਬਤਾ ਰੱਖ ਲਿਓ ਜੀ ਵੀ ਜਿਹੜਾ ਜਦੋਂ ਕਾਲ ਕਰੋ ਤਾਂ ਉਹ ਅਵੇਲੇਬਲ ਹੋਣਾ, ਚੱਕਰ ਇਹ ਲਾ, ਜਿਹੜੇ ਪ੍ਰਾਈਵੇਟ ਫਿਰਦੇ ਹੁੰਦੇ ਨੇ, Private ਫਿਰਦੇ। ਇਹਨਾਂ ਕੋ ਵੀ ਸਮਝਦੇ ਨੇ। ਜੀ ਠੀਕ, ਹਾਂ, ਤੇ ਜਦੋਂ ਤੁਸੀਂ ਇਹਨੂੰ ਰੱਖੋਗੇ ਹਾਂਜੀ। ਤੇ ਮੇਰੇ ਖਿਆਲ ਵੀ 15-20 ਇੱਕ ਮਹੀਨੇ ਦੇ ਵਿੱਚ ਵੀ ਬੰਦੇ ਨੂੰ ਅੰਦਾਜ਼ਾ ਹੋਣ ਲੱਗ ਜਾਂਦਾ ਬੱਕਰੀ ਨੂੰ ਕੀ ਮਸਲਾ ਹੈ, ਕੀ ਉਹਦੇ ਮਾਮਲਾਤ ਨੇ। ਬਾਕੀ ਫੇਰ ਮੈਂ ਤੁਹਾਨੂੰ ਦੁਬਾਰਾ ਉਹੀ ਗੱਲ ਕਰਨਾ ਕਿ ਦਵਾਈ ਦੇਣੀ ਜਦੋਂ ਬੰਦਾ ਫਸਿਆ, ਜਦੋਂ ਫਸਿਆ, ਠੀਕ, ਉਹਨੂੰ ਸ਼ੌਕ ਨਾਲ, ਸ਼ੌਕ ਨਾਲ ਨਹੀਂ ਦੇ, ਇਹ ਕੋਈ ਦਵਾਈ ਬੱਕਰੀ ਦੀ ਖੁਰਾਕ ਨਹੀਂ। ਖੁਰਾਕ ਨਹੀਂ, ਸਹੀ, ਹਾਂਜੀ। ਬਿਲਕੁਲ। ਤੇ ਆਖਰ ਤੇ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਅਗਰ ਆਪਣਾ ਮੇਰਾ ਤੇ ਜੀ ਪੈਗਾਮ ਹੁਣ ਤੁਹਾਡੀ ਸਾਰੀ ਗੁਫ਼ਤਗੂ ਸੁਣ ਕੇ ਹੋਇਆ ਹੈਗਾ ਕਿ ਇਸ ਕੰਮ 'ਚ ਕੋਈ ਜਲਦਬਾਜ਼ੀ ਨਾ ਕਰੇ ਮੇਰਾ ਭਾਈ। ਜੀ। ਜਿੰਨੀ ਦੇਰ ਤੱਕ ਤੁਸੀਂ ਕੋਈ ਪ੍ਰੈਕਟੀਕਲ ਦੇਖ ਕੇ ਮਸ਼ਵਰਾ ਕਰਕੇ ਅੱਛੇ ਬੰਦਿਆਂ ਨਾਲ, ਹਾਂਜੀ। ਜਿੱਥੇ ਵੀ ਤੁਸੀਂ ਰਹਿੰਦੇ ਜੋ, ਜਿਸ ਇਲਾਕੇ 'ਚ ਵੀ ਪਾਕਿਸਤਾਨ 'ਚ ਰਹਿੰਦੇ ਜੋ, ਤੁਸੀਂ ਆਪਣੇ ਇਲਾਕੇ ਦੇ ਜਿਹੜੇ ਬੰਦੇ ਆਲਰੇਡੀ ਪਹਿਲੇ ਕੰਮ ਕਰ ਰਹੇ, ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਵਾ, ਜੀ। ਉਹਨਾਂ ਨਾਲ ਮਸ਼ਵਰਾ ਕਰਕੇ ਫਿਰ ਇਨਵੈਸਟਮੈਂਟ ਕਰੋ, ਔਰ ਥੋੜੇ ਤੋਂ ਇਨਵੈਸਟਮੈਂਟ ਕਰੋ। ਨਿਸਾਰ ਭਾਈ ਦੀ ਗੁਫ਼ਤਗੂ ਤੋਂ ਮੈਂ ਹੁਣ ਇਹਨਾਂ ਕੋਲ ਇਹ ਸਬਕ ਲੈ ਕੇ ਚੱਲੇ ਹਾਂ ਕਿ ਅਸੀਂ ਥੋੜੇ ਤੋਂ ਇਨਵੈਸਟਮੈਂਟ ਕਰੀਏ, ਇਹਨੂੰ 6 ਮਹੀਨੇ ਸਾਲ ਕਰਕੇ ਫਿਰ ਅਸੀਂ ਵਧਾ ਸਕਦੇ ਹਾਂ। ਕਰੀਏ। ਇਹ ਕੰਮ ਐਸਾ ਹੈਗਾ ਵਾ।